खालसा वाहिगुरू जी की फतेह। ਅੱਜ ਦੀ ਕਲਾਸ ਵਿੱਚ ਆਉਣ ਵਾਲਿਆਂ ਨੂੰ ਸਭ ਨੂੰ ਜੀ ਆਇਆਂ ਨੂੰ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦਾ ਵਿਸ਼ੇ ਸਾਡੇ ਨਾਲ ਸਾਂਝਾ ਕਰਨਗੇ। ਅੱਜ ਵੀ ਜੋ ਪਿਛਲੇ 2 ਹਫ਼ਤਿਆਂ ਤੋਂ ਵਿਸ਼ਾ ਚੱਲ ਰਿਹਾ ਹੈ ਹੁਕਮ ਅਤੇ ਹਉਮੈ ਦਾ, ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਵੀਰ ਜੀ ਨੂੰ ਰਿਕੁਐਸਟ ਕਰਾਂਗੇ ਜੀ ਕਿ ਵਿਚਾਰਾਂ ਦੀ ਸਾਂਝ ਆਪ ਜੀ ਨਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਬਹੁਤ ਹੀ ਅਹਿਮ ਵਿਸ਼ਾ। ਵੈਸੇ ਤਾਂ ਗੁਰਮਤਿ ਦਾ ਹਰ ਵਿਸ਼ਾ ਹੀ ਅਹਿਮ ਹੈ, ਲੇਕਿਨ ਹੁਕਮ ਦੇ ਬਾਰੇ ਵਿੱਚ ਆਮ ਤੌਰ ਤੇ ਸਾਡੇ ਅੰਦਰ ਬੜੀ ਕਨਫਿਊਜ਼ਨ ਜਿਹੀ, ਦੁਬਿਧਾ ਜਿਹੀ ਬਣੀ ਰਹਿੰਦੀ ਹੈ। ਉਸੇ ਨੂੰ ਅਸੀਂ ਵਿਚਾਰ ਰਹੇ ਹਾਂ ਕਿ ਹੁਕਮ ਕੀ ਹੈ ਤੇ ਹੁਕਮ ਵਿੱਚ ਹੁਕਮੀ ਬੰਦਾ ਬਣਨ ਵਿੱਚ ਰੁਕਾਵਟ ਕੀ ਹੈ। ਇਹ ਲਗਾਤਾਰ ਵਿਚਾਰਾਂ ਆਪਾਂ ਕਰ ਰਹੇ ਹਾਂ। ਜੀਵ ਪਰਮੇਸ਼ਰ ਦੀ ਅੰਸ਼ ਹੋਣ ਦੇ ਨਾਤੇ ਉਸ ਕਾਇਨਾਤ ਦੇ, ਉਸ ਦੀ ਰਚੀ ਹੋਈ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅੰਤਰਾਤਮੇ ਵਾਹਿਗੁਰੂ ਦੀ ਪ੍ਰੇਮ ਪਿਆਰ ਦੀ ਚਿਨਕ ਕਿਰਨ ਜੋਤ ਹਰ ਜਗ੍ਹਾ ਮੌਜੂਦ ਹੈ। ਜੇ ਆਪਾਂ ਇਹ ਕਹਿ ਲਈਏ ਕਿ ਅਸਲ 'ਚ ਸਾਰੀ ਕਾਇਨਾਤ ਹੀ ਉਸ ਇਲਾਹੀ ਪ੍ਰੇਮ ਪਿਆਰ ਦਾ ਇੱਕ ਪ੍ਰਕਾਸ਼ ਰੂਪ ਹੈ, ਉਸ ਇਲਾਹੀ ਪ੍ਰੇਮ ਪਿਆਰ ਦਾ ਇੱਕ ਪ੍ਰਕਾਸ਼ ਰੂਪ ਹੈ। ਇਸ ਇਲਾਹੀ ਪਿਆਰ ਦੀ ਜੋ ਦੈਵੀ ਖਿੱਚ ਹੈ, ਕੋਸਮਿਕ ਅਟਰੈਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੇ ਨਾਲ ਹੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਇੱਕ ਦੂਜੇ ਵੱਲ ਵੇਖ ਕੇ ਪਰਮੇਸ਼ਰ ਨੂੰ ਸੂਖਸ਼ਮ ਰੂਪ ਵਿੱਚ ਜਾਣਿਆ ਵਸਿਆ ਜਾਣ ਕੇ ਸਾਡੇ ਅੰਦਰ ਉਹਦੇ ਲਈ ਪਿਆਰ, ਮੁਹੱਬਤ, ਖਿੱਚ ਇੱਕ ਪੈਦਾ ਹੁੰਦੀ ਹੈ। ਜਾਂ ਇਹ ਕਹਿ ਲਓ ਕਿ ਸਹਿਜ ਸੁਭਾਅ ਹੀ ਜਦੋਂ ਮਨੁੱਖ ਸੋਚਣ ਲੱਗ ਪਵੇ ਤਾਂ ਉਹਦੇ ਦਿਮਾਗ ਵਿੱਚ ਇਹ ਗੱਲ ਆ ਜਾਏ ਤਾਂ ਉਹ ਇਲਾਹੀ ਖਿੱਚ ਇਸ ਦੇ ਦਿਮਾਗ ਵਿੱਚ ਆਪਣੇ ਆਪ ਹੀ ਬਣਨੀ ਸ਼ੁਰੂ ਹੋ ਜਾਂਦੀ ਹੈ। ਔਰ ਇਸ ਖਿੱਚ ਦੇ ਸਿਰ ਤੇ ਹੀ ਜੁਗਾਂ ਜਗੰਤਰਾਂ ਤੋਂ ਇਹ ਇਲਾਹੀ ਹੁਕਮ ਦੀ ਇਸ ਖਿੱਚ ਦੀ, ਇਹ ਖਿੱਚ ਇੱਕ ਹੁਕਮ ਹੈ, ਉਹਦੀ ਰਵਾਨਗੀ ਜਿਹੜੀ ਹੈ ਸਹਿਜ ਸੁਭਾਈ ਚੱਲਦੀ ਰਹਿੰਦੀ ਹੈ। ਇਸ ਵਾਹਿਗੁਰੂ ਦੇ ਘਰ ਦੀ ਇਲਾਹੀ ਹੁਕਮ ਦੀ ਖਿੱਚ ਦੀ ਪ੍ਰੀਤ ਤਾਰ ਨੂੰ ਹੀ ਨਾਮ ਜਾਂ ਸ਼ਬਦ ਆਪਾਂ ਵੀ ਗੁਰਬਾਣੀ ਵਿੱਚ ਬਿਆਨ ਕੀਤਾ ਗਿਆ ਕਹਿ ਸਕਦੇ ਹਾਂ। ਇਹੋ ਹੀ ਨਾਮ ਹੈ, ਇਹੀ ਖਿੱਚ ਹੀ ਪ੍ਰੀਤ ਹੈ, ਇਹੋ ਹੀ ਸ਼ਬਦ ਹੈ ਜਿਹਦੇ ਨਾਲ ਅਸੀਂ ਉਹਦਾ ਆਨੰਦ ਮਾਣ ਸਕਦੇ ਹਾਂ। ਇਸ ਨਾਮ ਦੀ ਜਾਂ ਸ਼ਬਦ ਦੀ ਆਪਣੇ ਆਪ ਹੀ ਆਟੋਮੈਟਿਕ ਸਹਿਜ ਚਾਲ ਨੂੰ ਹੁਕਮ ਕਿਹਾ ਜਾਂਦਾ ਹੈ। ਜਦੋਂ ਸਹਿਜ ਚਾਲ ਅਸੀਂ ਉਹਨੂੰ ਹੁਕਮ ਕਹਿੰਦੇ ਹਾਂ, ਜੋ ਸਾਰੀ ਸ੍ਰਿਸ਼ਟੀ ਵਿੱਚ, ਸਾਰੀ ਕਾਇਨਾਤ ਦੇ ਵਿੱਚ ਜ਼ਰੇ ਜ਼ਰੇ ਵਿੱਚ ਜੀਵਨ ਦੇ ਰੋਹ ਬਣ ਕੇ ਸਦੀਵੀ ਓਤ ਪੋਤ ਰੱਦੀ ਹੋਈ, ਓਤ ਪੋਤ ਤਾਣੇ ਪੇਟੇ ਵਾਂਗੂ ਇੱਕਮਿਕ ਹੋਈ ਹੋਈ, ਬਸ ਇਹ ਸਹਿਜੇ ਹੀ ਸਾਰੀ ਕਾਇਨਾਤ ਨੂੰ ਚਾਲੂ ਉਹ ਹੁਕਮ ਵਿੱਚ ਰੱਖਿਆ ਹੋਇਆ ਹੈ।
इस इलाही हुक्म की प्रीत डोरी, प्रीत चुंबनी, प्रीत रीत, प्रीत छो, सह चाल ही गुर प्रसाद है, नदर कर्म है, बख्शिश है, ये शब्द है, ये नाम है, ये खिच है जो उस प्यारे दे नाल साडे अंदर बन रही है। गुरबाणी विच इस चाल नूं, इस रवानगी नूं, इस हुक्म नूं गुरु पातशाह ने जपदी बाणी विच हुक्मी होवन आकार, हुक्म न कहा जाई, हुक्मी होवन जी, हुक्म मिले वड्याई, हुक्मी उत्तम नीच, हुक्म लिख तुक सुख पाई है, एक ना हुक्मी बख्शीश, एक हुक्मी सदा भुआई है, हुक्म अंदर सब को, बाहर हुक्म ना कोई, नानक हुक्म जे बुझै ता होमै, कहे ना कोई। इस सिद्धांत गुरु नानक पातशाह ने साडी झोली विच पाया। बड़ा स्पष्ट जी गल गुरु पातशाह जी ने दस दी, समझा दी कि हुक्म उसका जरे जरे विच वापर रहा। आप अगे चलीए। एक निक्का जिहा बच्चा जे किते गवाच जाए, भुल जाए, माँ बाप तो बिसर जाए, तो वड्डा हो के वो अपने ही बाप दे राज भाग विच नौकर बन जाए। मैं एक उदाहरण तुहाडे नाल साझी करनी चाहुंदा भी नौकर बन जाए तो ਉਹਨੂੰ भी होरना वांग ही ਉਹਦੀ लियाकत अनुसार, ਉਹਦੀ सियानत मुताबक, ਉਹਦੀ सोझी मुताबक तनख्वाह मिलती है, तो ਵਰਤਾਵਾ भी ਉਹਦੇ ਨਾਲ ਨੌਕਰਾਂ वाला ही ਕੀਤਾ ਜਾਂਦਾ है। पर जेकर किसी की प्रेरणा नाल उसनूं अपने मालिक बाप की जान पहचान हो जाए तो वह फिर नौकर तो बदल के पुत्र बन जाता है। देखो, थोड़ा जिहा समझण की लोड़ है। भुलिया होया सी तो नौकर सी, पहचान हो गई तो पुत्र बन गया। ये पुत्र फिर अपने बाप की जायदाद विरासत का हकदार मालिक बन जाता है। इस तरह ही असी जीव माया के भरम भुलावे विच, भुलेखे विच उस इलाही माता पिता परमेश्वर नूं भुल गए। तो साडा मात है, साडा पिता है। अपनी निक्की जी होमे विच अपने अंदर ही असी अपने आप विच ही वरत रहे हाँ। असी निक्की जी जिहड़ी सूक्ष्म होमे साडे अंदर है, वो असी उदों मात पिता नूं भुल के उस तो जुदा हो गए, दूर चले गए। ते ख्याल करना, जिहड़ा भुल जाता है, गुरु साहब उहनूं कहंदे ने अपने भाणे जो चले भाई, विछड़ चोटां खावे। यही कारण है अज वो चोटां विछोड़े दीआं सानूं पै रहीआं हन। दुख सुख ते जन्म मरण सानूं तंग कर रहे हैं, सानूं सता रहे हैं। क्यों? क्योंकि विछड़ गए हाँ। जे विछड़े ना हुंदे फिर नानक लीन पिओ गोबिंद सिंह ज्यों पानी संग पानी वाली अवस्था बन जाती। पर ये होमे ने हुक्म मनन तो इनकारी कर दिता। यही कारण है कि असी गुरु नानक दे गुरु दे घर दे गुरु दरबार विच परमेश्वर दे दर दे उत्ते प्रवान नहीं होंदे। क्यों? कि जो मैं किया सो मैं पाया, दोष ना दीजिए अवर जना वाली गुरु पातशाह ने सानू सुनेहा दिता है। इसे करके ही होमे विच भुले होण करके ही असी पंजां दी गुलामी दे विच अपना माइकी जीवन भोगते रहते हैं। जीवन साडा भुल गया, विछड़ गया। गुरु साहब कहते पलच पलच सगली मूई, झूठे धंधा मोह। इस झूठ के इस धंधे दे विच सारी दुनिया फसी हुई है, आत्मक मौके मरी हुई है, क्योंकि होमे ने दूर कर दिता। इस तरह असी अपनी उस इलाही विरासत नाम, प्रीत, प्रेम, रस, हुक्म, चाओ, सुख इन्हां तो वांझे हो जाते हैं। यही कारण है कि असी इन्हां तो वांझे हो जाते हैं।
ਮਾਇਆ ਦੇ ਭਰਮ ਭੁਲਾਵੇ ਵਿੱਚ ਹੀ ਅਸੀਂ ਠੋਕਰਾਂ ਖਾਂਦੇ ਰਹਿੰਦੇ ਹਾਂ। ਬੜਾ ਪਿਆਰਾ ਇੱਕ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਨੇ ਆਸਾ ਰਾਗ ਵਿੱਚ ਲਿਖਿਆ, ਦੀਗਨ ਡੋਲਾ ਤਉ ਲੋ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ। ਇਸੇ ਸ਼ਬਦ ਵਿੱਚ ਲਿਖਦੇ, ਜਬ ਲਗ ਹੁਕਮ ਨਾ ਬੁਝਤਾ ਤਬ ਹੀ ਲੋ ਦੁਖੀਆ, ਗੁਰ ਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਕਿਸੇ ਸਿਆਣੇ ਦੇ ਕਹਿਣ ਤੇ ਪਛਾਣ ਹੋ ਗਈ ਗੁਰੂ, ਉਹ ਗੁਰੂ ਸੀ, ਪਰ ਗੁਰੂ ਦੀ ਸ਼ਰਨ ਵਿੱਚ ਨਹੀਂ ਪਏ, ਗੁਰੂ ਵਾਲੇ ਨਹੀਂ ਬਣੇ। ਜੇ ਗੁਰੂ ਦੇ ਕੋਲ ਆਉਂਦੇ ਵੀ ਹਾਂ ਤਾਂ ਕੇਵਲ ਦਿਖਾਵੇ ਲਈ, ਜੇ ਗੁਰੂ ਦੇ ਕੋਲ ਬੇਨਤੀਆਂ ਵੀ ਕਰਦੇ ਹਾਂ ਤੇ ਕੇਵਲ ਸੰਸਾਰਕ ਦੀਆਂ ਦਾਤਾਂ ਲਈ, ਕਦੀ ਉਹ ਦਾਤ ਮੰਗਦੇ ਨਹੀਂ, ਹਉਮੈ ਦੀ ਕੰਧ ਤੋੜਨ ਦੀ ਗੱਲ ਨਹੀਂ ਕਰਦੇ, ਸਗੋਂ ਜਿਵੇਂ ਜਿਵੇਂ ਦਾਤ ਗੁਰੂ ਦੇਈ ਜਾਂਦਾ ਹੈ ਉਹ ਹਉਮੈ ਹੋਰ ਵੱਡੀ ਹੋਈ ਜਾਂਦੀ ਹੈ, ਹੁਕਮ ਤੋਂ ਹੋਰ ਦੂਰ ਚਲੇ ਜਾਂਦੇ ਹਾਂ। ਅਸੀਂ ਉਸ ਹੁਕਮ ਪਰਮੇਸ਼ਰ ਤੋਂ ਬਹੁਤ ਸਾਡੀ ਦੂਰੀ ਵੱਧਦੀ ਚਲੀ ਜਾਂਦੀ ਹੈ। ਪਰ ਹੈਰਾਨੀ ਦੀ ਜਾਂ ਦੁੱਖ ਵਾਲੀ ਜਾਂ ਅਫਸੋਸ ਵਾਲੀ ਗੱਲ ਇਹ ਹੈ ਕਿ ਇਹੋ ਜਿਹੇ ਇਲਾਹੀ ਬੋਲ ਸਾਡੇ ਕੋਲ ਹਨ, ਧੁਰ ਕੀ ਬਾਣੀ ਦੇ ਬੋਲ ਸਾਡੇ ਕੋਲ ਹਨ, ਤੇ ਇਹਨਾਂ ਦੇ ਬੇਅੰਤ ਪਾਠ, ਕੀਰਤਨ, ਰਹਿਣ ਸਬਾਈਆਂ, ਕਥਾ ਵਿਚਾਰਾਂ ਕਰਦਿਆਂ ਸੁਣਦਿਆਂ, ਸਭ ਕੁਝ ਕਰਦਿਆਂ ਵੀ ਸਾਡਾ ਸਿੱਖ ਜਗਤ ਦਾ ਜਾਂ ਦੁਨੀਆ ਦਾ ਜਾਂ ਦੂਜੇ ਲਫ਼ਜ਼ਾਂ 'ਚ ਕਹਿ ਲਈਏ ਜੋ ਵੀ ਇਹਨੂੰ ਸੁਣਦਾ ਹੈ, ਬਹੁਤਾ ਹਿੱਸਾ ਉਸ ਇਲਾਹੀ ਹੁਕਮ ਦੇ ਅੰਤਰੀਵ ਜਾਂ ਅਨੁਭਵੀ ਭੇਦਾਂ ਤੋਂ ਸਮਝਣ ਵਿੱਚ, ਜਾਣ ਪਛਾਣ ਕਰਨ ਤੋਂ, ਪਛਾਣਨ ਤੋਂ, ਉਸ ਰੋਸ਼ਨੀ ਤੋਂ, ਉਸ ਨੂੰ ਬੁੱਝਣ ਤੋਂ, ਉਸ ਨੂੰ ਮੰਨਣ ਤੋਂ, ਕਮਾਉਣ ਤੋਂ ਅੱਜ ਤੱਕ ਵੀ ਦੂਰ ਹੀ ਰਿਹਾ। ਸਭ ਕੁਝ ਹੋ ਰਿਹਾ, ਅਸੀਂ ਰੋਜ਼ ਪੜ੍ਹਦੇ, ਰੋਜ਼ ਕਰਦੇ ਹਾਂ। ਅਸੀਂ ਕੀ ਕਰਦੇ ਹਾਂ? ਨਿਤਨੇਮੀ ਹਾਂ, ਪਾਠ ਕਰਦੇ ਹਾਂ, ਸਹਿਜ ਪਾਠ ਵੀ ਕਰ ਲੈਂਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਕਲਾਸਾਂ ਵੀ ਲਾਉਂਦੇ ਹਾਂ, ਕਥਾ ਵਿਚਾਰਾਂ ਵੀ ਚੱਲਦੀਆਂ ਨੇ। ਕੀ ਸੱਚਮੁੱਚ ਅੰਦਰ ਸਹਿਜ ਆ ਗਿਆ? ਕਿ ਸੱਚਮੁੱਚ ਪਿਆਰੇ ਦੇ ਰੰਗ ਵਿੱਚ ਰੰਗੇ ਗਏ ਹਾਂ? ਕਿ ਸੱਚਮੁੱਚ ਉਹਦੇ ਨਾਲ ਨੇੜਤਾ ਹੋ ਗਈ ਹੈ? ਕਦੀ ਵਿਚਾਰ ਕਰਕੇ ਦੇਖੀਏ। ਨਹੀਂ, ਹਲੇ ਵੀ ਦੂਰੀ ਹੈ, ਹਲੇ ਵੀ ਦੂਰੀ ਬਣੀ ਹੋਈ ਹੈ, ਉੱਥੇ ਨਹੀਂ ਪਹੁੰਚੇ। ਕਾਰਨ ਕਿਤੇ ਨਾ ਕਿਤੇ ਸੂਖਮ ਵਿੱਚ ਹਉਮੈ ਸਾਡੇ ਅੰਦਰ ਵਸੀ ਹੋਈ। ਸਾਡੀ ਇਸ ਧਾਰਮਿਕ ਆਤਮਿਕ ਅਣਗਹਿਲੀ ਜਾਂ ਅਵਿਸਲੇਪਨ, ਬੇਪਰਵਾਹੀ ਦਾ ਸਿੱਟਾ ਸਾਡੇ ਜੀਵਨ ਦੇ ਮਾਨਸਿਕ, ਆਰਥਿਕ, ਰਾਜਸੀ, ਧਾਰਮਿਕ, ਆਤਮਿਕ ਜੀਵਨ ਦੇ ਹਰ ਪ੍ਰਤੱਖ 'ਚ ਸਾਨੂੰ ਦਿਸਦਾ ਹੈ। ਦੇਖ ਲਓ, ਅਸੀਂ ਝਾਤ ਮਾਰ ਕੇ ਦੇਖੋ ਆਪਣੇ ਜੀਵਨ ਨੂੰ, ਅਸੀਂ ਦੇਖ ਲਈਏ, ਇਹ ਹਰ ਪੱਖ ਦੇ ਵਿੱਚ ਸਾਡੇ 'ਚ ਨਜ਼ਰ ਆਉਂਦਾ ਹੈ। ਅਸੀਂ ਖੋਥੇ ਹਾਂ ਮਾਨਸਿਕ ਪੱਖ ਤੋਂ, ਸੋਚ ਸਾਡੀ ਗੁਰੂ ਅਨੁਸਾਰੀ ਨਾ ਹੋਈ। ਅਸੀਂ ਖਾਲੀ ਹਾਂ ਆਰਥਿਕ ਪੱਖ ਤੋਂ, ਪੈਸਾ ਕਮਾ ਲਿਆ ਲੇਕਿਨ ਨਾਮ ਦਾ ਧਨ ਇਕੱਠਾ ਨਾ ਕੀਤਾ। ਰਾਜਸੀ ਸੋਚ ਸਾਡੀ ਅੱਜ ਦੂਜਿਆਂ ਦੀ ਗੁਲਾਮ ਹੋ ਗਈ, ਗੁਰੂ ਦੇ ਮੁਤਾਬਕ ਰਾਜਸੀ ਸੋਚ ਨਾ ਕਰ ਸਕੇ। ਧਾਰਮਿਕ ਸੋਚ ਸਾਡੀ ਅੱਜ ਬਿਲਕੁਲ ਉਹਨਾਂ ਦੇ ਗੁਲਾਮ ਹੋ ਗਈ ਜੋ ਧਰਮ ਦੇ ਨੇੜੇ ਤੇੜੇ ਵੀ ਨਹੀਂ ਤੁਰਦੇ। ਆਤਮਿਕ ਜੀਵਨ ਤੋਂ ਤਾਂ ਸਾਡਾ ਦੁਆਲਾ ਨਿਕਲਦਾ ਹੋਇਆ ਸਾਨੂੰ ਪ੍ਰਤੱਖ ਜ਼ਾਹਰ ਆਉਂਦਾ ਹੀ ਹੈ, ਨਜ਼ਰ ਆਉਂਦਾ ਹੀ ਹੈ। ਕਾਰਨ ਉਸ ਗੁਰਬਾਣੀ ਨੇ ਸਾਨੂੰ ਇਲਾਹੀ ਹੁਕਮ ਨੂੰ ਨਾ ਮੰਨਣ, ਨਾ ਸਮਝਣ, ਨਾ ਬੁੱਝਣ, ਨਾ ਪਛਾਣਨ ਦੀ ਹਾਲਤ ਨੂੰ ਬੜੇ ਥਾਂ ਤੇ ਬਿਆਨ ਕੀਤਾ ਹੈ। ਇਹੋ ਹੀ ਕਾਰਨ ਹੈ ਕਿ ਅਸੀਂ ਹੁਕਮ ਨਹੀਂ ਬੁੱਝਿਆ, ਅਸੀਂ ਹੁਕਮ ਦਾ ਪਹਿਚਾਣ ਨਹੀਂ ਕੀਤੀ, ਦੂਰ ਹੋ ਗਏ। ਸਾਡੇ ਹਰ ਜੀਵਨ ਦੇ ਹਰ ਪੱਖ ਵਿੱਚ ਖਾਲੀਪਨ ਜਿਹਾ, ਡਿਪਰੈਸ਼ਨ। ਅੱਜ ਕਿਉਂ ਡਿਪਰੈਸ਼ਨ, ਮਾਨਸਿਕ ਰੋਗ ਕਿਉਂ ਨੇ? ਕਿਉਂਕਿ ਸਾਡਾ ਮਾਨਸਿਕ ਮੰਡਲ ਔਰ ਸਾਡਾ ਅਧਿਆਤਮਿਕ ਮੰਡਲ ਪਿਆਰੇ ਦੀ ਪ੍ਰੀਤ ਤੋਂ ਖਾਲੀ ਹੈ, ਉਹਦੀ ਪ੍ਰੀਤ ਤੋਂ ਖਾਲੀ ਹੈ। ਸੱਚਮੁੱਚ ਜੇ ਪਿਆਰੇ ਦੀ ਪ੍ਰੀਤ ਨਾਲ ਕਿਤੇ ਰੰਗਿਆ ਹੋਇਆ ਹੁੰਦਾ, ਨਾ ਇਹ ਮਾਨਸਿਕ ਮੰਡਲ ਦੇ ਵਿੱਚ ਤੇ ਨਾ ਹੀ ਸਾਡੇ ਇਸ ਜੀਵਨ ਦੇ ਅਧਿਆਤਮਿਕ ਜੀਵਨ ਵਿੱਚ ਇਹ ਖਲਲ ਨਾ ਪੈਂਦਾ। ਹਾਲਾਤ ਕੀ ਹੋ ਗਈ ਸਾਡੀ ਤਾਂ। ਬਹੁਤ ਹੀ ਕਮਾਲ ਦੇ ਬੋਲ ਲਿਖੇ ਹਨ। ਮਾਰਗ ਮੂਰਤੀ ਬਿਖਰੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਭਗਤ ਕਬੀਰ ਜੀ ਦਾ ਸ਼ਲੋਕ ਹੈ।
ਮਾਰਗ ਮੋਤੀ ਬਿਖਰੇ। ਸਾਡੇ ਰਸਤੇ ਵਿੱਚ ਤਾਂ ਮੋਤੀ ਹਨ, ਜਿਸ ਤੋਂ ਲੰਘ ਰਹੇ ਹਾਂ ਮੋਤੀਆਂ ਨਾਲ ਭਰਿਆ ਹੋਇਆ। ਮੋਤੀ ਹੀ ਤਾਂ ਹਨ ਮੇਰੇ ਪਿਆਰੇ ਗੁਰੂ ਦੇਵ ਦੀ ਇੱਕ ਇੱਕ ਬੋਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਬਚਨ ਮੋਤੀ ਹੀ ਹਨ, ਰਤਨ ਹੀ ਹਨ, ਜੋ ਹਰ ਤਾਂ ਹਨ। ਇੱਕ ਓਂਕਾਰ ਤੋਂ ਲੈ ਕੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ, ਤਾਂ ਕਿਹੜਾ ਬੋਲ ਹੈ ਜਿਹੜਾ ਰਤਨਾਂ ਨਾਲ ਨਹੀਂ ਭਰਿਆ ਹੋਇਆ। ਮੋਤੀ ਹਨ, ਹੀਰੇ ਹਨ, ਜਵਾਹਰਾਤ ਹਨ, ਪਰ ਕੇਵਲ ਸਾਲਸਰਾਏ ਜੋਰ ਹੀ ਪਛਾਣ ਸਕਦਾ ਸੀ ਭਾਈ ਮਰਦਾਨਾ ਜੀ ਦੇ ਹੱਥ ਵਿੱਚ ਉਸ ਰਤਨ ਨੂੰ। ਦੁਨੀਆ ਦੀ ਪਛਾਣ ਸਕੀ, ਪਛਾਣ ਨਹੀਂ ਹੋਈ ਉਸ ਰਤਨ ਦੀ, ਪਛਾਣ ਨਹੀਂ ਹੋਈ ਸਾਨੂੰ ਉਸ ਮਾਨਕ ਮੋਤੀਆਂ ਦੀ। ਹੁਕਮ ਨੂੰ ਨਹੀਂ ਬੁੱਝਿਆ। ਗੁਰੂ ਸਾਹਿਬ ਜੀ ਨੇ ਬੜੀ ਸਪਸ਼ਟ ਗੁਰਬਾਣੀ ਵਿੱਚ ਬਾਰ-ਬਾਰ ਇਹ ਗੱਲ ਸਾਨੂੰ ਸਮਝਾਈ ਹੈ। ਕਬੀਰ ਜੀ ਕਹਿੰਦੇ, ਭਗਤ ਜੀ ਕਬੀਰ ਮਾਰਗ ਮੋਤੀ ਬਿਥਰੈ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਅੰਨਾ ਬੰਦਾ ਭਾਵੇਂ ਮੋਤੀਆਂ ਨਾਲ, ਹੀਰਿਆਂ ਨਾਲ, ਰਤਨਾਂ ਨਾਲ ਭਰੇ ਹੋਏ ਰਸਤੇ ਤੋਂ ਲੰਘਦਾ ਜਾਵੇ, ਉਹਨੂੰ ਪਹਿਚਾਨ ਨਹੀਂ, ਦੇਖ ਨਹੀਂ ਸਕਦਾ। ਇਸ ਤਰ੍ਹਾਂ ਅਧਿਆਤਮਿਕ ਤੌਰ ਤੇ, ਆਤਮਿਕ ਤੌਰ ਤੇ ਹੁਕਮ ਤੋਂ ਸਖਣਾ ਬੰਦਾ ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ, ਅੰਦਰ ਗਿਆਨ ਦੀ ਜੋਤ ਨਾ ਜਗੀ, ਉਸ ਕਰਤਾਰ ਦੇ, ਉਸ ਪਿਆਰੇ ਦੇ, ਪ੍ਰੀਤਮ ਦੇ ਗਿਆਨ ਦੀ ਜੋਤ ਨਾ ਜਗੀ। ਜਗਤ ਉਤੋਂ ਲੰਘਦਾ ਜਾ ਰਿਹਾ ਹੈ, ਉਤੋਂ ਲੰਘਦਾ ਰਿਹਾ ਹੈ, ਹੀਰੇ ਰਤਨਾ ਜਵਾਹਰਾਤਾਂ ਨੂੰ ਲਤਾੜਦਾ ਜਾ ਰਿਹਾ ਹੈ, ਲੇਕਿਨ ਉਹਦਾ ਪਰਖ ਨਾ ਕਰ ਸਕੇ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲਾਂ ਸਮਝਾਈਆਂ ਹਨ ਬਾਣੀ ਵਿੱਚ। ਹੁਕਮ ਨਾ ਜਾਣੇ ਬੱਪੜੇ, ਭੂਲੇ ਫਿਰੇ ਗਵਾਰ। ਸਤਿਗੁਰੂ ਜੀ ਦਾ ਬਚਨ ਸ਼੍ਰੀ ਰਾਗ ਦਾ ਹੈ। ਹੁਕਮ ਨਾ ਜਾਣੇ ਬੱਪੜੇ, ਭੂਲੇ ਫਿਰੇ ਗਵਾਰ। ਮੂਰਖ ਗਵਾਰ ਭੁੱਲੇ ਭੁਲੇਖੇ ਹਨ, ਜੀਵਨ ਦੇ ਰਸਤੇ ਤੋਂ ਖੁੰਝੇ ਹੋਏ ਹਨ, ਹੁਕਮ ਦੀ ਪਹਿਚਾਣ ਹੀ ਨਹੀਂ ਹੈ। ਫਿਰ ਕੀ ਹੈ? ਸਤਿਗੁਰੂ ਦਾ ਕਹਿੰਦੇ ਨੇ, ਜੋ ਹੁਕਮ ਨਾ ਬੂਝੇ ਖਸਮ ਕਾ, ਸੋਈ ਨਰ ਕੱਚਾ। ਗੁਰੂ ਸਾਹਿਬ ਨੂੰ ਕੱਚਾ ਕਹਿੰਦੇ ਨੇ ਕਿ ਜਿਹਨੇ ਇਸ ਪਹਿਚਾਣ ਨਹੀਂ ਕੀਤੀ ਉਹ ਕੱਚਾ। ਤੇ ਨਾਨਕ ਕੱਚੜਿਆ ਸੀ, ਉਹ ਤੋੜ ਦੀ ਗੱਲ ਕੀਤੀ ਗੁਰਬਾਣੀ ਨੇ। ਇਹਨਾਂ ਨਾਲ ਸਾਧ ਨਾ ਰੱਖ, ਕੱਚੜਿਆਂ ਨਾਲ ਤੋੜਦੇ ਹੈ ਮੇਰੇ ਮਾਲਕਾ। ਕੱਚੇ ਕੌਣ ਨੇ? ਜਿਹੜੇ ਹੁਕਮ ਦੀ ਪਹਿਚਾਣ ਨਹੀਂ ਕਰਦੇ। ਤੇ ਪਿਆਰਿਓ, ਬਹੁ ਗਿਣਤੀ ਤਾਂ ਕੱਚਿਆਂ ਦੀ ਹੈ ਨਾ। ਕਿੰਨੇ ਕੁ ਹੁਕਮ ਨਾਲ ਜੁੜੇ ਹੋਏ ਹਨ, ਕਿੰਨੇ ਕੁ ਹੋਵੇ ਚ ਰੰਗੇ ਹੋਏ ਹਨ। ਹੈਰਾਨੀ ਦੀ ਗੱਲ ਹੈ, ਅੱਜ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਮੈਸੇਜ ਆਉਂਦੇ ਨੇ ਕਿਸੇ ਦੇ ਚੜ੍ਹਾਈ ਕਰਨ ਦੇ, ਤੇ ਜਦੋਂ ਚੰਗੇ ਪ੍ਰਚਾਰਕ ਵੀ ਇਹ ਲਿਖਦੇ ਨੇ, ਬੜਾ ਦੁੱਖ ਹੋਇਆ, ਬੜੇ ਅਫਸੋਸ ਦੀ ਗੱਲ ਹੈ, ਫਲਾਣਾ ਮਰ ਗਿਆ। ਫਿਰ ਇਹਦਾ ਮਤਲਬ ਹਾਲੇ ਹੁਕਮ ਤੋਂ ਬਹੁਤ ਦੂਰ ਹੈ। ਅਫਸੋਸ ਨਹੀਂ ਹੈ, ਹੁਕਮ ਹੈ। ਹੁਕਮ ਅਨੁਸਾਰ ਆਇਆ, ਹੁਕਮ ਅਨੁਸਾਰ ਚਲਾ ਗਿਆ। ਜਦੋਂ ਅਸੀਂ ਦੁੱਖ ਦਾ ਲਫ਼ਜ਼, ਅਫਸੋਸ ਦਾ ਲਫ਼ਜ਼ ਵਰਤਦੇ ਹਾਂ, ਇਹਦਾ ਮਤਲਬ ਅਸੀਂ ਹੁਕਮ ਤੋਂ ਬੜੇ ਖੁੰਝੇ ਹੋਏ ਹਾਂ, ਬੜੇ ਹੁਕਮ ਤੋਂ ਦੂਰ ਹਾਂ। ਹੁਕਮ ਸਾਡੇ ਨੇੜੇ ਵੀ ਨਹੀਂ ਆਇਆ। ਪ੍ਰਾਣੀ ਆਣਾ ਜਾਣਾ ਮੇਰੇ ਮਾਲਕ ਦੇ ਹੁਕਮ ਵਿੱਚ ਹੈ। ਉਸਨੇ ਜਦੋਂ ਹੁਕਮ ਕੀਤਾ, ਜੀਵਨ ਦੀ ਯਾਤਰਾ ਕੀਤੀ, ਹੁਕਮ ਹੋਇਆ ਤੇ ਇਸ ਜੀਵਨ ਦੀ ਯਾਤਰਾ ਤੋਂ ਚਲਾ ਗਿਆ। ਫਿਰ ਜਦ ਤੇਰੇ ਭਾਣੇ ਵਿੱਚ ਨਾ ਆਉਣਾ ਸੀ, ਨਾ ਜਾਣਾ ਸੀ, ਤੇਰੀ ਮਰਜ਼ੀ ਮੁਤਾਬਕ ਨਾ ਆ ਸਕਦਾ ਸੀ, ਨਾ ਜਾ ਸਕਦਾ ਸੀ, ਤਾਂ ਫਿਰ ਉਹਦੇ ਤੇ ਅਫਸੋਸ ਕਿਉਂ ਲਫ਼ਜ਼ ਵਰਤਿਆ ਜਾ ਰਿਹਾ ਹੈ? ਅੱਜ ਕਾਰਡਾਂ ਦੇ ਕਾਰਡ ਭਰੇ ਹੋਏ, ਸੋਸ਼ਲ ਮੀਡੀਆ ਤੇ ਰੋਜ਼ 5-7 ਮੈਸੇਜ ਇਹੋ ਜਿਹੇ ਆ ਜਾਂਦੇ ਨੇ ਕਿ ਬੜਾ ਅਫਸੋਸ ਹੋਇਆ, ਬੜਾ ਦੁੱਖ ਹੋਇਆ, ਫਲਾਣਾ ਹੋਇਆ। ਇਹ ਲਫ਼ਜ਼ ਗੁਰਮਤਿ ਅਨੁਸਾਰੀ ਨਹੀਂ ਹਨ। ਹੁਕਮ ਤੋਂ ਖੁੰਝੇ ਹੋਏ ਅਸੀਂ ਹਾਂ, ਇਸੇ ਵਾਸਤੇ ਅਸੀਂ ਇਹ ਲਫ਼ਜ਼ਾਂ ਨੂੰ ਵਰਤਦੇ ਹਾਂ। ਸਤਿਗੁਰੂ ਕਹਿੰਦੇ ਨੇ, ਜੋ ਹੁਕਮ ਨਾ ਬੂਝੇ ਖਸਮ ਕਾ, ਸੋਈ ਨਰ ਕੱਚਾ। ਨਰ ਕੱਚਾ ਮਾਰੂ ਰਾਗ ਚ ਬਦਲਣਾ ਮਹਾਰਾਜ ਦਾ। ਖਿਆਲ ਕਰੋ, ਅਸੀਂ ਅੱਜ ਜੋ ਕੁਝ ਦੁਨੀਆ ਵਿੱਚ ਵਿਚਰ ਰਹੇ ਹਾਂ, ਸੁਨੇਹੇ, ਮੋਬਾਈਲ ਫੋਨ, ਵਾਇਰਲੈਸ, ਦੂਰ ਦਰਡੇ ਅਸੀਂ ਮੈਸੇਜ ਭੇਜ ਦਿੰਦੇ ਹਾਂ। ਦੂਰ ਦਰਾਡੇ ਆਉਂਦੀਆਂ ਖਬਰਾਂ ਵੀ ਅਸੀਂ ਟੈਲੀਵਿਜ਼ਨ ਰਾਹੀਂ, ਰੇਡੀਓ ਰਾਹੀਂ ਅਸੀਂ ਸੁਣਦੇ ਹਾਂ। ਇਹ ਤਾਲਮੇਲ ਕਮਿਊਨੀਕੇਸ਼ਨ ਲਈ ਕੀ ਚਾਹੀਦਾ? ਵਰਕਿੰਗ ਰੇਡੀਓ ਚਾਹੀਦਾ ਹੈ, ਵਰਕਿੰਗ ਸਾਧਨ ਚਾਹੀਦੇ ਹਨ, ਵਰਕਿੰਗ ਦੇ ਜਿਹੜੇ ਕਰਨ ਵਾਲੇ ਹਨ। ਵੇਵਸ ਚਾਹੀਦੀਆਂ ਹਨ, ਵੇਵਸ ਦੀ ਲੈਂਥ ਹੋਣੀ ਚਾਹੀਦੀ, ਸਟਰੋਂਗ ਵੇਵਸ ਚਾਹੀਦੀਆਂ ਹਨ। ਪਰਟੀਕੂਲਰ ਸਾਈਕਲ ਔਰ ਮੀਟਰ ਚਾਹੀਦਾ ਹੈ।
ਟਰਾਂਸਮੀਟਰ ਚਾਹੀਦਾ ਹੈ, ਸਟਰੋਂਗ ਟਰਾਂਸਮੀਟਰ ਦੀ ਲੋੜ ਪੈਂਦੀ ਹੈ, ਕਲੀਅਰ ਐਟਮੋਸਫੇਅਰ ਦੀ ਲੋੜ ਚਾਹੀਦੀ ਹੈ, ਵਾ ਸ਼ੁੱਧ ਹੋਣਾ ਚਾਹੀਦਾ ਹੈ। ਹਵਾ ਵਿੱਚ ਕਿਸਮ ਕਿਸਮ ਦੀਆਂ ਆਵਾਜ਼ਾਂ ਭਰੀਆਂ ਹੋਈਆਂ ਨੇ, ਪਰ ਜਦੋਂ ਸਾਡੇ ਕਿਸੇ ਰੇਡੀਓ ਜਾਂ ਟੈਲੀਵਿਜ਼ਨ ਖਾਸ ਮੀਟਰ ਤੇ ਕਿਸੇ ਸੁਰ ਤੇ ਟਿਊਨ ਕੀਤਾ ਹੋਵੇ, ਫਿਰ ਉਹ ਆਵਾਜ਼ ਹੀ ਕੇਵਲ ਸੁਣਦੀ ਹੈ, ਬਾਕੀ ਆਵਾਜ਼ਾਂ ਨਹੀਂ ਸੁਣਦੀਆਂ। ਬਸ ਇਹੀ ਤਾਂ ਗੱਲ ਸਮਝਣ ਵਾਲੀ ਹੈ। ਸਾਡੇ ਵਲਵਲੇ, ਸਾਡੇ ਅੰਦਰ ਹੁੰਦੇ ਪੈਦਾ ਹੋਏ ਖਿਆਲ, ਇਹ ਤਿੰਨ ਗੁਣਾ ਵਾਲੀ ਮਾਇਆ, ਤ੍ਰੈ ਗੁਣੀ ਮਾਇਆ ਗੁਰੂ ਸਾਹਿਬ ਜੀ ਨੇ ਵਰਤਿਆ, ਉਹਦੇ ਅੰਦਰ ਸਾਡੇ ਮਾਇਕੀ ਖਿਆਲਾਂ ਦਾ ਪ੍ਰਗਟਾਵਾ ਹੁੰਦੇ ਹਨ, ਜਿਨ੍ਹਾਂ ਦਾ ਮਨ, ਚਿੱਤ, ਬੁੱਧੀ ਅਤੇ ਸੁਰਤ, ਇਹ ਕਹਿ ਲਈਏ ਕਿ ਇਹਨਾਂ ਦਾ ਤਾਲਮੇਲ ਲੈਣਾ ਦੇਣੀ ਜਿਹੜੀ ਹੈ ਉਹਦੇ ਨਾਲ ਬਣ ਜਾਂਦੀ ਹੈ। ਉਹੋ ਜਿਹਾ ਸਾਡਾ ਸੁਭਾਅ ਬਣ ਜਾਂਦਾ, ਉਹੋ ਜਿਹੀ ਸੋਚ ਬਣ ਜਾਂਦੀ ਹੈ। ਜਿਸ ਜਿਹਾ ਸਾਡੇ ਵਲਵਲੇ ਮਾਇਕੀ ਤੌਰ ਤੇ, ਜੇ ਮਾਇਕੀ ਵਿੱਚ ਬਾਹਰ ਮੁਖੀ ਫਸੇ ਹੋਏ ਹਨ, ਉਹੋ ਜਿਹਾ ਸਾਡੀ ਸੁਰਤ ਮਤ ਘੜੀ ਜਾਂਦੀ ਹੈ, ਉਹੋ ਜਿਹਾ ਬਣ ਜਾਂਦੀ ਹੈ। ਇਲਾਹੀ ਹੁਕਮ ਦੀ ਖੇਡ ਇਸ ਤੋਂ ਥੋੜੀ ਜਿਹੀ ਹਟ ਕੇ ਇਹ ਉੱਚੇ ਸੁੱਚੇ ਆਤਮਿਕ ਮੰਡਲ ਦੇ ਵੇਵਸ ਜਿਹੜੀਆਂ ਹਨ ਉੱਥੇ ਵਰਤਦੀ। ਮਾਨਸਿਕ ਨੀਵੇਂ ਬੁੱਧੀ ਉੱਤੇ ਇਹ ਸਮਝ ਨਹੀਂ ਪੈਂਦੀ। ਕਿਉਂ? ਕਿਉਂ ਉਹ ਬੁੱਧੀ ਇਹਨਾਂ ਨੂੰ ਫੜ ਹੀ ਨਹੀਂ ਸਕਦੀ, ਹੁਕਮ ਦੀ ਖੇਡ ਨੂੰ ਸਮਝ ਹੀ ਨਹੀਂ ਸਕਦੀ, ਉਹਨੂੰ ਹੁਕਮ ਦੀ ਖੇਡ ਸਮਝ ਹੀ ਨਹੀਂ ਆਉਂਦੀ। ਇਹ ਇਲਾਹੀ ਹੁਕਮ ਪਰਮੇਸ਼ਰ ਦੀ ਆਪਣੀ ਮਰਜ਼ੀ ਵਿੱਚੋਂ, ਆਪਣੀ ਹੋਂਦ ਵਿੱਚੋਂ ਪੈਦਾ ਹੋਇਆ, ਜਿਸ ਤਰ੍ਹਾਂ ਸੂਰਜ ਵਿੱਚੋਂ ਧੁੱਪ ਪੈਦਾ ਹੋਈ ਹੈ, ਉਹਦਾ ਹਿੱਸਾ ਹੈ, ਕਿਰਨ ਉਹਦੀ ਹੈ। ਭਾਈ ਵੀਰ ਸਿੰਘ ਜੀ ਨਿੱਕ ਜਾਕ ਬੜਾ ਖਿਆਲ ਦਾ ਵਿਚਾਰ ਦਿੱਤਾ, ਕਹਿੰਦੇ ਸਾਈਂ ਸੂਰਜ ਹੈ, ਅਸੀਂ ਉਹ ਸੂਰਜ ਦੀਆਂ ਕਿਰਨਾਂ ਹਾਂ। ਅਸਲ ਤਾਂ ਇੱਕੋ ਹੀ ਹੈ ਨਾ, ਸੂਰਜ ਮੂਲ ਤਾਂ ਇੱਕੋ ਹੀ ਹੈ ਨਾ। ਸਾਈਂ ਸੂਰਜ ਹੈ, ਅਸੀਂ ਸੂਰਜ ਦੀਆਂ ਕਿਰਨਾਂ ਹਾਂ। ਬਸ ਇਹ ਕਿਰਨਾਂ ਨਾਲ ਸਾਈਂ ਨਾਲ ਜੁੜੇ ਰਹੀਏ, ਅੰਦਰ ਰੋਸ਼ਨੀ ਆਉਂਦੀ ਰਹੇਗੀ। ਸਾਈਂ ਤੋਂ ਟੁੱਟ ਜਾਈਏ, ਰੋਸ਼ਨੀ ਖਤਮ ਹੋ ਜਾਏਗੀ। ਬਸ ਇਹੋ ਹੀ ਸਾਡਾ ਹੈ, ਜੀਵਨ ਸਾਡਾ ਇਹੋ ਜਿਹਾ ਹੈ। ਵਾਹਿਗੁਰੂ ਨੇ, ਪਰਮੇਸ਼ਰ ਨੇ ਆਪਣੀ ਮੌਜ ਵਿੱਚ ਇਹ ਹੁਕਮ ਰੂਪੀ ਪ੍ਰਕਾਸ਼ ਜਾਂ ਨਾਮ ਦਾ ਵਿਕਾਸ ਕੀਤਾ। ਸਾਰੀ ਕੁਦਰਤ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅੰਤਰ ਆਤਮੇ ਉਹ ਰਵਿਆ ਹੋਇਆ ਆਪ ਭਰਪੂਰ ਹੈ। ਇਸੇ ਨਾਲ ਹੀ ਉਹਨੇ ਮਾਇਕੀ ਮੰਡਲ ਵੀ ਰਚ ਦਿੱਤਾ, ਉਹਨੇ ਰਚਿਆ। ਹੁਕਮ ਦੀ ਰਵਾਨਗੀ ਜਿਹੜੀ ਹੈ ਉਹ ਸਹਿਜੇ ਸਹਿਜ ਚੱਲਦੀ ਰਹਿੰਦੀ ਹੈ। ਜੇ ਅਸੀਂ ਗੁਰੂ ਪਾਤਸ਼ਾਹ ਦਾ ਇੱਕ ਬਚਨ ਸੁਣਦੇ ਹਾਂ, ਸਤਿਗੁਰੂ ਦਾ ਬਚਨ ਆਉਂਦਾ ਹੈ, ਹੁਕਮੇ ਅੰਦਰ ਆਇਆ, ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਂਦੋ ਜਾਏ, ਹੁਕਮੇ ਬੰਦ ਚਲਾਈਏ ਪਿਆਰੇ, ਮਨਮੁਖ ਲਹਿ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗਾਹ ਪੈਦਾ ਜਾਏ, ਹੁਕਮੇ ਗੰਤ ਗਨਾਈਏ ਪਿਆਰੇ, ਹੁਕਮੇ ਹਉਮੈ ਦੁਏ, ਹੁਕਮੇ ਭਵੇਂ ਭਵਾਈਏ ਪਿਆਰੇ, ਅਵਗਨ ਮੁੱਠੀ ਰੋਏ, ਹੁਕਮ ਸਿਆਪੇ ਸ਼ਾਹ ਕਾ ਪਿਆਰੇ, ਸਾਚ ਮੇਰੇ ਵਡਿਆਈ ਹੋਏ। ਸੋਠ ਰਾਗ ਵਿੱਚ ਬਚਨ ਹੈ ਪਾਤਸ਼ਾਹ ਜੀ ਦਾ। ਅਸੀਂ ਆਪਣੀ ਸੀਮਤ ਬੁੱਧੀ ਨਾਲ, ਛੋਟੀ ਜਿਹੀ ਮੱਤ ਨਾਲ, ਸਿਆਣਪ ਨਾਲ ਇਸ ਗੁੱਝੇ ਅਤ ਸੂਖਸ਼ਮ ਭੇਦ ਨੂੰ ਅੰਤਰ ਆਤਮੇ ਨਾਮ ਨਾਲ ਲਿਖੇ ਹੋਏ ਇਲਾਹੀ ਹੁਕਮ ਨੂੰ, ਭਾਣੇ ਨੂੰ ਗਲਤ ਸਮਝ ਬੈਠੇ ਹਾਂ। ਦਿਮਾਗੀ ਗਿਆਨ ਦੇ ਭਰਮ ਭੁਲੇਖੇ ਵਿੱਚ ਫਸ ਕੇ ਅਸੀਂ ਠੋਕਰਾਂ ਖਾਂਦੇ ਹਾਂ। ਜਬ ਲੱਗ ਹੁਕਮ ਨਾ ਬੂਝਤਾ ਤਬ ਲੋ ਦੁਖੀਆ। ਦੁਖੀਆ ਉਨੀ ਦੇਰ ਹਾਂ ਕਿ ਮਾਨਸਿਕ ਮੰਡਲ ਦੀਆਂ ਖੇਡਾਂ ਅਸੀਂ ਖੇਡਦੇ ਹਾਂ। ਜਦ ਤੱਕ ਉਦੋਂ ਅਸੀਂ ਮਾਨਸਿਕ ਮੰਡਲ ਦੀਆਂ ਖੇਡਾਂ ਖੇਡਦੇ ਹਾਂ, ਹੁਕਮ ਤੋਂ ਦੂਰ ਤੁਰੇ ਜਾਂਦੇ ਹਾਂ। ਅਸੀਂ ਆਪਣੀ ਜੁਗਤੀਆਂ ਦੇ ਨਾਲ, ਆਪਣੀਆਂ ਸਿਆਣਪਾਂ ਦੇ ਨਾਲ ਕਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ, ਪਰ ਜਦੋਂ ਯਤਨ ਅਸਫਲ ਹੋ ਜਾਂਦੇ ਨੇ, ਜਦੋਂ ਅਸੀਂ ਨਿਹੱਥੇ ਜਾਂ ਨਿਹਾਸਰੇ ਹੋ ਜਾਂਦੇ ਹਾਂ, ਕਿਸੇ ਕਲੇਸ਼ ਜਾਂ ਕਸ਼ਟ ਨੂੰ ਫਿਰ ਅਸੀਂ ਰੱਬ ਦਾ ਭਾਣਾ ਕਹਿ ਕੇ ਜਾਂ ਹੁਕਮ ਕਹਿ ਕੇ ਮਨ ਨੂੰ ਦਿਲਾਸਾ ਦੇ ਲੈਂਦੇ। ਪਹਿਲਾਂ ਆਪਣੀਆਂ ਸਿਆਣਪਾਂ ਚੱਲਦੀਆਂ ਰਹਿੰਦੀਆਂ ਨੇ, ਪਰ ਜਦੋਂ ਸਾਡਾ ਵਸ ਨਾ ਚੱਲੇ ਫਿਰ ਅਸੀਂ ਕਹਿੰਦੇ ਉਹਦਾ ਹੁਕਮ ਸੀ ਜਿਹੜਾ ਹੋ ਗਿਆ। ਦੇਖੋ, ਪਹਿਲਾਂ ਅਸੀਂ ਕਹਿੰਦੇ ਮੇਰੀ ਸਿਆਣਪ ਸੀ, ਮੈਂ ਆਪਣੀ ਸਿਆਣਪ ਨਾਲ ਇੰਨਾ ਕੁਝ ਕਰ ਲਿਆ, ਇੰਨਾ ਕੁਝ ਹੋ ਗਿਆ,
ਪਰ ਸਭ ਕੁਝ ਵਰਤ ਕੇ ਸਾਧਨ ਵੀ ਜੇ ਮਨੁੱਖ ਘਾਟੇ ਵਿੱਚ ਚਲਾ ਜਾਏ, ਫਿਰ ਕਹਿੰਦਾ ਜੀ ਉਹਦਾ ਹੁਕਮ ਸੀ, ਉਹਦਾ ਭਾਣਾ ਸੀ। ਪਹਿਲਾਂ ਆਪਣੀ ਸਿਆਣਪ ਸੀ, ਫਿਰ ਉਹਦਾ ਹੁਕਮ ਸੀ। ਦੋਨੇ ਚੀਜ਼ਾਂ 'ਚ ਫਰਕ ਆ ਗਿਆ। ਜੇ ਪਹਿਲਾਂ ਵੀ ਇਹ ਗੱਲ ਵਿਚਾਰ ਆਉਂਦੀ ਹੈ, ਉਹਦੇ ਹੁਕਮ ਵਿੱਚ ਹੋਇਆ, ਉਹਦੀ ਮਰਜ਼ੀ ਨਾਲ ਹੋਇਆ, ਉਹਨੇ ਕਿਰਪਾ ਕੀਤੀ ਤਾਂ ਹੋਇਆ, ਤੇ ਫਿਰ ਸ਼ਾਇਦ ਸਾਡੇ ਜੀਵਨ ਦੀ ਲਹਿਰਾਂ ਕੁਝ ਹੋਰ ਤਰ੍ਹਾਂ ਹੀ ਘੁੰਮਦੀਆਂ, ਸਾਡੇ ਜੀਵਨ ਦੀ ਡੋਰੀ ਕੁਝ ਹੋਰ ਸਹਿਜ ਵੀ ਚਲੀ ਜਾਂਦੀ, ਪਰ ਨਹੀਂ। ਫਿਰ ਬੇਨਤੀ ਕਰਦੇ ਹਾਂ, ਸਾਡੀ ਬੁੱਧੀ ਸੀਮਤ ਹੈ, ਸਾਡੀ ਬੁੱਧੀ ਸੀਮਤ ਹੈ, ਛੋਟੀ ਹੈ, ਤੇ ਛੋਟੀ ਬੁੱਧੀ ਨਾਲ ਹੁਕਮ ਦੀ ਖੇਡ ਨੂੰ ਬੁੱਝਣਾ ਬੜਾ ਔਖਾ ਹੈ। ਨਾ ਬੁੱਝਿਆ ਜਾ ਸਕਦਾ ਹੈ, ਨਾ ਹੀ ਹੁਕਮ ਨੂੰ ਕਮਾਇਆ ਜਾ ਸਕਦਾ, ਕਿਉਂਕਿ ਦੋਹਾਂ ਹਾਲਤਾਂ ਵਿੱਚ ਹੀ ਜ਼ਮੀਨ ਅਸਮਾਨ ਦਾ ਫਰਕ ਹੈ। ਆਪਣੀ ਸਿਆਣਪ ਨਾਲ, ਆਪਣੀ ਚਲਾਕੀ ਦੇ ਨਾਲ ਇਹ ਆਤਮਿਕ ਮੰਡਲ ਦੇ ਇਲਾਹੀ ਹੁਕਮ ਦੀ ਪਛਾਣ ਨਹੀਂ ਹੋ ਸਕਦੀ। ਇੱਥੇ ਤਾਂ ਹੁਕਮ ਮੰਨੇ ਹੋਵੇ ਪ੍ਰਵਾਨ ਦੀ ਗੱਲ ਹੈ। ਆਪਣੀ ਹਉਮੈ ਨੂੰ ਪੱਠੇ ਪਾ ਕੇ ਆਪਣੇ ਆਪ ਤੇ ਅਸੀਂ ਆਪਣੇ ਆਂਢੀਆਂ ਗੁਆਂਢੀਆਂ ਨੂੰ, ਆਪਣੇ ਨਾਲ ਦੇ ਸਾਥੀਆਂ ਨੂੰ ਭਰਮਾ ਸਕਦੇ ਹਾਂ, ਪਰ ਨਿਰੰਕਾਰ ਦੇ ਦੇਸ਼ ਵਿੱਚ ਨਹੀਂ ਜਾ ਸਕਦੇ। ਨਿਰੰਕਾਰ ਦਾ ਦੇਸ਼ ਅਲੱਗ ਹੈ, ਪ੍ਰੀਤਮ ਦਾ ਦੇਸ਼ ਕੁਝ ਹੋਰ ਖੇਡ ਹੈ। ਸੌਰੀ, ਮਾਫ ਕਰਨਾ। ਗਲਤਫਹਿਮੀ, ਮਿਸਅੰਡਰਸਟੈਂਡਿੰਗ ਸਾਡੀ, ਮਿਸਕਨਸੈਪਸ਼ਨ ਸਾਡੀ, ਜਿਹੜੀ ਗਲਤ ਨਿਸ਼ਚਾ ਸਾਡਾ ਬਣ ਗਿਆ, ਸ਼ੱਕ, ਈਰਖਾ, ਖਿੱਚੋਤਾਣ, ਲੜਾਈਆਂ ਝਗੜੇ ਘਰਾਂ ਵਿੱਚ, ਦਫ਼ਤਰਾਂ ਵਿੱਚ, ਸ਼ਹਿਰਾਂ ਵਿੱਚ, ਮੁਲਕਾਂ ਵਿੱਚ, ਦੇਸ਼ਾਂ ਵਿੱਚ, ਸ੍ਰਿਸ਼ਟੀ ਦੇ ਉੱਤੇ ਅੱਜ ਵੀ ਚੱਲਦੇ ਹਨ। ਏਕਤਾ, ਇਕਸੁਰਤਾ, ਮਿੱਤਰਤਾ, ਹਮਦਰਦੀ, ਦਇਆ, ਖਿਮਾ, ਪਿਆਰ, ਇਹਦਾ ਤਾਂ ਅੱਜ ਕਾਲ ਪਿਆ ਹੋਇਆ ਹੈ। ਕਿਉਂ? ਕਿਉਂਕਿ ਹਉਮੈ ਨੇ ਹੁਕਮ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ। ਹਉਮੈ ਨੇ, ਅੰਦਰਲੀ ਹਉਮੈ ਨੇ, ਸੂਖਸ਼ਮ ਜਿਹੜੀ ਹਉਮੈ ਸਾਡੇ ਅੰਦਰ ਹੈ, ਇਹਨੇ ਸਾਨੂੰ ਹੁਕਮ ਪਛਾਣਨ ਤੋਂ ਬਾਗੀ ਕੀਤਾ ਹੋਇਆ। ਇਸੇ ਕਰਕੇ ਲੜਾਈ ਮੇਰੀ ਮੇਰੀ, ਤੇ ਸਤਿਗੁਰੂ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗਿਓ, ਸ਼ਾਇਰ ਸੋਖ ਜੰਗ ਬਲਿਓ। ਗੁਰੂ ਤਾਂ ਇਹ ਗੱਲ ਕਹਿੰਦੇ ਨੇ, ਪਰ ਇੱਕੋ ਕਾਰਨ ਹੈ ਇਸ ਦਾ ਵੀ, ਇਸ ਦਾ ਮੂਲ ਕਾਰਨ ਇੱਕੋ ਹੀ ਹੈ ਕਿ ਅਸੀਂ ਇਲਾਹੀ ਹੁਕਮ ਨੂੰ ਬੁੱਝ ਨਹੀਂ ਸਕੇ, ਸਮਝ ਨਹੀਂ ਸਕੇ। ਤਾਂ ਹੀ ਸਾਡੇ ਅੰਦਰ ਜੀਵਨ ਵਿੱਚ ਇੰਨਾ ਖਲਾਅ ਪੈਦਾ ਹੋ ਗਿਆ, ਇੰਨਾ ਖਾਲੀਪਨ ਪੈਦਾ ਹੋ ਗਿਆ। ਸਤਿਗੁਰੂ ਕਹਿੰਦੇ ਨੇ, ਮਨਮੁਖ ਹੁਕਮ ਨਾ ਬੂਝੇ ਬੱਪੜੀ, ਨਿਤ ਹਉਮੈ ਕਰਮ ਕਮਾਏ। ਸਤਿਗੁਰ ਦਾ ਬਚਨ ਸ਼ਲੋਕ 12 ਤੇ ਬਰੀਕ ਵਿੱਚ ਆਉਂਦਾ, ਮਨਮੁਖ ਹੁਕਮ ਨਾ ਬੂਝੇ ਬੱਪੜੀ, ਕੀ ਨਿਤ ਹਉਮੈ ਕਰਮ ਕਮਾਏ। ਕਮਾਲ ਦੀ ਗੱਲ ਹੈ, ਗੁਰੂ ਪਾਤਸ਼ਾਹ ਕਿਆ ਕਮਾਲ ਦੀਆਂ ਗੱਲਾਂ ਕਹਿੰਦੇ ਨੇ। ਸਤਿਗੁਰੂ ਜੀ ਨੇ ਤਾਂ ਸਾਨੂੰ ਜੀਵਨ ਦਾ ਤੱਤ ਦੱਸ ਦਿੱਤਾ। ਭਲਿਆ ਅਸੀਂ ਆਪਣੀ ਸਿਆਣਪ ਨਾਲ, ਆਪਣੀ ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਵਾਲੇ ਫਾਰਮੂਲੇ ਨਾਲ ਹੁਕਮ ਦੀ ਪਛਾਣ ਨਹੀਂ ਕਰ ਸਕਦੇ। ਨਾ ਹੀ ਹੁਕਮ ਨੂੰ ਮੰਨ ਸਕਦੇ ਹਾਂ, ਨਾ ਹੀ ਹੁਕਮ ਨੂੰ ਕਮਾ ਸਕਦੇ ਹਾਂ। ਦਿਮਾਗੀ ਤੌਰ ਤੇ ਅਸੀਂ ਇਲਾਹੀ ਹੁਕਮ ਦੀਆਂ ਬੜੀਆਂ ਗੱਲਾਂ, ਬਹਿਸਾਂ, ਗਿਆਨ, ਜਾਂ ਲੋਕਾਂ ਨੂੰ ਅਸੀਂ ਰੱਬੀ ਹੁਕਮ ਮੰਨਣ ਨੂੰ ਕਮਾਉਣ ਦੀ ਪ੍ਰੇਰਨਾ ਕਰਦੇ ਹਾਂ, ਸੁਣਦੇ ਹਾਂ। ਸਾਰੇ ਅਸੀਂ, ਇਨਕਲੂਡਿੰਗ ਮਾਈ ਸੈਲਫ ਆਲਸੋ, ਅਸੀਂ ਪ੍ਰੇਰਨਾ ਕਰਦੇ ਹਾਂ, ਪਰ ਆਪ ਖੁਦ ਅਸੀਂ ਮਾਇਆ ਦੇ ਉਹੀ ਭਰਮ ਭੁਲੇਖਿਆਂ ਦੇ ਵਿੱਚ, ਆਪਣੀ ਹਉਮੈ ਦੇ ਅੰਦਰ, ਆਪਣੇ ਹੁਕਮ ਜਾਂ ਭਾਣੇ ਅੰਦਰ, ਆਪਣੇ ਹੁਕਮ ਜਾਂ ਭਾਣੇ ਤੋਂ ਦੂਰ ਤੁਰੇ ਜਾਂਦੇ ਹਾਂ। ਉਸ ਵਾਹਿਗੁਰੂ ਦੇ ਹੁਕਮ ਦੇ ਭਾਣੇ ਤੋਂ ਦੂਰ ਤੁਰੇ ਜਾਂਦੇ ਹਾਂ, ਆਪਣੀ ਸਿਆਣਪ ਕਰਕੇ, ਚਤੁਰਾਈ ਕਰਕੇ। ਕਿਉਂਕਿ ਚਤੁਰਾਈ ਨਾ ਚਤੁਰਭੁਜ ਪਾਈ ਹੈ, ਨਹੀਂ ਮਿਲਣੀ। ਇਹ ਤਾਂ ਸਾਡਾ ਤਾਂ ਹਾਲ ਇਹ ਹੈ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਉਸੀ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਕਿਛ ਹੈ, ਕਿਛ ਥੋੜਾ ਜਿਹਾ। ਕਿਛ ਕੀ ਹੁੰਦਾ? ਥੋੜਾ ਜਿਹਾ। ਆਪਾ ਭਾਵ ਗਵਾਉਣਾ ਪੈਂਦਾ ਹੈ, ਆਪਾ ਭਾਵ ਮਟਾਉਣਾ ਪੈਂਦਾ ਹੈ।
मैं मेरी छड्डनी पैंदी है, अपनी सियाणप छड्डनी पैंदी है, अपना दिमाग त्यागना पैंदा है, अपनी सोच त्यागनी पैंदी है। निरंकारी मंडल ਦੀਆਂ ਗੱਲਾਂ ਕਰਨ ਦੇ ਲਈ ਨਿਰੰਕਾਰੀ ਦੇ ਮਾਰਗ ਤੇ ਤੁਰਨਾ ਪੈਂਦਾ ਹੈ। ਸਾਡੀ ਬਿਰਤੀ, ਸਾਡਾ ਸੁਭਾਅ, ਸਾਡਾ ਖਿਆਲ ਬਾਹਰ ਮੁਖੀ, ਸਾਡੀ ਸੂਈ ਤਾਂ ਹਮੇਸ਼ਾ ਬਾਹਰ ਮੁਖੀ ਘੁੰਮਦੀ ਰਹਿੰਦੀ ਹੈ, ਮਾਇਕੀ ਮੰਡਲਾਂ ਵਿੱਚ ਘੁੰਮਦੀ ਰਹਿੰਦੀ ਹੈ। ਇਸ ਲਈ ਅਸੀਂ ਆਪਣੇ ਅੰਤਰ ਆਤਮੇ ਚੱਲ ਰਹੀ ਜੀਵਨ ਰੋਹ ਪਿਆਰੇ ਦੀ ਆਵਾਜ਼ ਸੁਣਨ ਤੋਂ ਵੀ ਬਿਲਕੁਲ ਹੀ ਜ਼ੀਰੋ ਹੋਏ ਪਏ ਹਾਂ। ਪਿਆਰੇ ਦੀ ਆਵਾਜ਼ ਤਾਂ ਜਦੋਂ ਨਿੰਕਾਰ ਦਾ ਬਾਸਾ ਸਾਡੇ ਨਾਲ, ਜਾਂ ਇਹ ਕਹਿ ਲਈਏ ਅਸੀਂ ਅੰਦਰ ਦੀ ਆਵਾਜ਼ ਸੁਣਨ ਤੋਂ ਉੱਕਾ ਹੀ ਬੇਖਬਰ, ਬੇਪਰਵਾਹ, ਅਣਜਾਣ, ਅਗਿਆਨੀ, ਅਵੇਸਲੇ, ਮਚਲੇ ਹੋਏ ਹਾਂ। ਅਸੀਂ ਇਹ ਗੱਲ ਕਰ ਲਈਏ, ਇਹਨਾਂ ਲਫ਼ਜ਼ਾਂ ਨੂੰ ਇਸ ਤਰ੍ਹਾਂ ਬਦਲ ਸਕਦੇ ਹਾਂ। ਜਿਸ ਕਾਰਨ ਇਹਨਾਂ ਗੱਲਾਂ ਕਰਕੇ ਹੀ ਅਸੀਂ ਆਪਣੇ ਨਾਲ ਜਿਹੜੇ ਗੁੱਝੇ ਅੰਤਰੀਵ ਭਾਵ ਹਨ, ਨਾਲ ਲਿਖੇ ਹੁਕਮ ਨੂੰ, ਇਲਾਹੀ ਹੁਕਮ ਨੂੰ ਸੁਣਨ ਲਈ, ਬੁੱਝਣ ਲਈ, ਪਹਿਚਾਨਣ ਦੀ ਬਿਲਕੁਲ ਹੀ ਕਦੀ ਅਸਮਰਥ ਹੋਏ ਬੈਠੇ ਆ, ਜਾਂ ਇਹ ਕਹਿ ਲਈਏ ਬਿਲਕੁਲ ਹੀ ਕਦੀ ਯਤਨ ਨਹੀਂ ਕਰਦੇ। ਮੰਨਣਾ ਤੇ ਕਮਾਉਣਾ ਤਾਂ ਇੱਕ ਪਾਸੇ ਹੈ, ਮੰਨਣਾ ਕਮਾਉਣ ਦੀ ਗੱਲ ਤਾਂ ਬਾਅਦ ਦੀ ਹੈ ਨਾ, ਪਹਿਲਾਂ ਉਹ ਸਮਝਣ ਦਾ ਯਤਨ ਤਾਂ ਕਰ ਲਈਏ। ਇਸ ਲਈ ਉਸ ਇਲਾਹੀ ਹੁਕਮ ਨੂੰ ਬੁੱਝਣ ਲਈ, ਪਹਿਚਾਨਣ ਲਈ ਬਾਹਰ ਮੁਖੀ ਧਿਆਨ, ਸੁਰਤੀ, ਬਿਰਤੀ ਨੂੰ ਆਪਣੇ ਅੰਦਰ ਆਤਮਾ ਵੱਲ ਮੋੜਨਾ ਪਵੇਗਾ। ਜ਼ਰੂਰੀ ਹੈ, ਫਿਰ ਅੰਦਰ ਮੋੜਨਾ ਪਏਗਾ। ਜਦ ਤੱਕ ਧਿਆਨ ਅੰਦਰ ਨਹੀਂ ਮੁੜਦਾ, ਉਦੋਂ ਤੱਕ ਬਾਹਰ ਮੁਖੀ ਸੁਰਤ ਦੇ ਨਾਲ ਅਸੀਂ ਇਹਨੂੰ ਕਮਾ ਨਹੀਂ ਸਕਦੇ, ਮੰਨ ਨਹੀਂ ਸਕਦੇ, ਕਰ ਨਹੀਂ ਸਕਦੇ। ਕਈ ਵਾਰੀ ਦਰਬਾਰ ਸਾਹਿਬ ਤੋਂ ਇੱਕ ਹੁਕਮ ਆਉਂਦਾ ਹੈ, ਸਵੇਰੇ ਜਦੋਂ ਪਾਠ ਕਰਦੇ ਨੇ, ਪ੍ਰਕਾਸ਼ ਕਰਦੇ ਨੇ, ਸ਼ੇਖਾ ਚੋ ਚੱਕਿਆ ਚੋ ਵਾਇਆ, ਇਹ ਮਨ ਇਕਤ ਘਰ ਆਣ। ਥੋੜੇ ਦਿਨ ਪਹਿਲਾਂ ਇਹ ਹੁਕਮ ਸੀ ਦਰਬਾਰ ਸਾਹਿਬ ਤੋਂ, ਜਦੋਂ ਮੈਂ ਅਰਥ ਪੜ੍ਹੇ ਸੁਣੇ, ਤੇ ਕੇਵਲ ਸ਼ੇਖ ਲਈ ਤਾਂ ਨਹੀਂ ਗੱਲ, ਏੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। 646 ਅੰਕ ਦੇ ਉੱਤੇ ਸੂਰਜ ਕੀ ਵਾਰ ਦੇ ਵਿੱਚ ਇਹ ਬਚਨ ਆਉਂਦਾ ਹੈ, ਸ਼ੇਖਾ ਚੋ ਚੱਕਿਆ ਚੋ ਵਾਇਆ, ਇਹ ਮਨ ਇਕਤ ਘਰ ਆਣ। ਚੌਰੇ ਪਾਸੇ ਘੁੰਮਣ ਵਾਲਿਆ, ਉਹ ਸਿਆਣਪਿਆ, ਚੌ ਚੱਕਾਂ ਵਿੱਚ ਜਾਣਨ ਵਾਲਿਆ, ਆਪਣੀ ਵਡਿਆਈ ਦੇ ਧੌਂਸੇ ਵਜਾਉਣ ਵਾਲਿਆ। ਕਹਿੰਦੇ ਨੇ ਏਦਾਂ ਰੱਬ ਨਹੀਂ ਮਿਲਦਾ, ਏੜ ਤੇੜ ਛੱਡ ਤੂੰ, ਇਹ ਇੱਧਰ ਉੱਧਰ ਦੀਆਂ ਗੱਲਾਂ ਛੱਡ ਤੇ ਗੁਰ ਕਾ ਸ਼ਬਦ ਪਛਾਣ, ਸ਼ਬਦ ਦੀ ਗੱਲ ਕਰ। ਹੁਕਮ ਨੂੰ ਪਛਾਣਨ ਲਈ ਹਉਮੈ ਛੱਡ। ਦੇਖੋ ਇੱਥੇ ਵੀ ਹੋਈ ਸੰਦੇਸ਼ ਦਿੱਤਾ ਗੁਰੂ ਪਾਤਸ਼ਾਹ ਜੀ ਨੇ, ਕਹਿੰਦੇ ਨੇ ਹੁਕਮ ਨੂੰ ਪਛਾਣਨ ਲਈ ਹਉਮੈ ਛੱਡ, ਏੜ ਤੇੜ ਦੀ ਗੱਲ ਛੱਡ। ਗੁਰੂ ਦਾ ਸ਼ਬਦ ਨਾਲ ਪਛਾਣੀ ਜਾਂਦੀ ਹੈ, ਹੁਕਮ ਗੁਰੂ ਦੇ ਸ਼ਬਦ ਨਾਲ ਪਛਾਣਿਆ ਜਾਂਦਾ ਹੈ। ਇਹੋ ਹੀ ਗੁਰੂ ਦਾ ਸ਼ਬਦ ਹੀ ਹੈ, ਇਹੀ ਹੁਕਮ ਹੈ। ਪੜ੍ਹ ਕੇ ਤਾਂ ਦੇਖ, ਵਿਚਾਰ ਕੇ ਤਾਂ ਦੇਖ। ਪਰ ਜੁਗਾਂ ਜੁਗੰਤਰਾਂ ਤੋਂ ਮਨ ਦੀ ਬਿਰਤੀ ਬਾਹਰ ਮੁਖੀ ਮਾਇਕੀ ਮੰਡਲ ਵਿੱਚ ਖੇਡਣ ਖਿੰਡੀ ਹੋਈ ਹੈ, ਦੌੜ ਭੱਜ ਵਿੱਚ, ਜਾਂ ਇਹ ਕਹਿ ਲਓ ਛਲਾਂਗਾ ਮਾਰਨ ਵਿੱਚ, ਦੂਜੇ ਪਾਸੇ ਮਾਨਸਿਕ ਰੰਗ ਰਸ ਭੋਗਣ ਵਿੱਚ ਖਚਤ ਹੋਣ ਦੀ ਆਦਤ ਪੈ ਚੁੱਕੀ ਹੈ, ਪੱਕੀ ਹੋ ਚੁੱਕੀ ਹੈ। ਇਹਨਾਂ ਬਿਰਤੀਆਂ ਨੂੰ ਇਕਾਗਰ ਕਰਕੇ ਅੰਤਰਮੁਖੀ ਮੋੜਨਾ ਬੜਾ ਔਖਾ ਹੈ, ਅਤਿਅੰਤ ਕਠਿਨ ਕੰਮ ਹੈ। ਲੂਣੀ ਸਿਲ ਚਟਨੀ ਚੱਟਣ ਦੇ ਬਰਾਬਰ ਹੈ। ਲੂਣੀ ਸਿਲ ਚੱਟਣ ਦੀ ਕਹਾਣੀ ਹੈ। ਪਰ ਕੀ ਅਸੀਂ ਔਖੇ ਕੰਮ ਨਹੀਂ ਕਰਦੇ? ਜੀਵਨ ਹੀ ਕਾਹਦਾ ਜਿਹਦੇ ਚ ਸਾਨੂੰ ਔਖੇ ਕੰਮ ਕਰਨੇ ਨਾ ਆਏ? ਉਹ ਤਾਂ ਜੀਵਨ ਹੀ ਨਹੀਂ ਹੁੰਦਾ। ਉਹ ਤਾਂ ਜੀਵਨ ਅਧੂਰਾ ਹੈ ਜਿਸ ਵਿੱਚ ਸਾਡੇ ਔਖੇ ਕੰਮਾਂ ਨਾਲ ਸਾਡਾ ਵਾਹ ਨਾ ਪਿਆ। ਇਹੋ ਕਾਰਨ ਹੈ ਕਿ ਅੱਜ ਪਾਠ ਪੂਜਾ, ਕੀਰਤਨ, ਸਿਮਰਨ, ਸਮਾਧੀਆਂ ਲਾ ਕੇ ਸਾਡਾ ਮਨ ਫਿਰ ਵੀ ਨਹੀਂ ਟਿਕਦਾ। ਕਿਉਂ? ਕਿਉਂਕਿ ਸਾਡੀ ਬਿਰਤੀ ਬਾਹਰ ਮੁਖੀ ਹੈ, ਟਿਕਦਾ ਨਹੀਂ। ਆਮ ਸ਼ਿਕਾਇਤ ਇਸ ਲੋਕਾਂ ਦੀ ਗੁਰੂ ਸਾਹਿਬ ਜੀ, ਕੀ ਕਰੀਏ, ਪਾਠ ਤਾਂ ਕਰਦੇ ਆ ਪਰ ਮਨ ਨਹੀਂ ਟਿਕਦਾ, ਗੁਰਦੁਆਰੇ ਜਾਂਦੇ ਆ ਪਰ ਮਨ ਨਹੀਂ ਟਿਕਦਾ। ਇਸੇ ਕਰਕੇ ਸਤਿਗੁਰੂ ਜੀ ਨੇ ਇਹ ਗੱਲ ਕਹੀ ਹੈ ਵੀ ਇਹ ਹੈ ਕਠਿਨ ਕੰਮ। ਜਦ ਨਾਨਕ ਇਹ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਾਨਾ। ਪਰ ਕਠਿਨ ਕੰਮ ਕਰਨਾ ਤਾਂ ਪਏਗਾ। ਜਿਸਨੇ ਮੁਸ਼ਕਲ ਦੇ ਦਿਨ ਨਹੀਂ ਦੇਖੇ ਉਹ ਗਰੀਬੀ ਨੂੰ ਨਹੀਂ ਜਾਣਦਾ। ਸੱਚਮੁੱਚ
जिसने कभी अपने घर विच गरीबी नहीं ना देखी, मैं माफ करना, वो गरीब दीयां मुश्किलां नूं नहीं समझदा, नहीं समझदा। वो तो आलीशान बंगलिਆਂ ਵਿੱਚ ਰਹਿਣਾ ਸਿੱਖੀ ਰਹਿਣ ਵਾਲਾ ਕੀ ਜਾਣੇ ਝੌਂਪੜੀ 'ਚ ਰਹਿਣ ਵਾਲੇ ਦੀ ਹਾਲਤ ਕੀ ਹੁੰਦੀ ਹੈ, ਨਹੀਂ ਜਾਣਦਾ। ਕਿਉਂਕਿ ਉਹਦੇ ਅੰਦਰ ਉਹ ਦਰਦ ਪੈਦਾ ਨਹੀਂ ਹੁੰਦਾ, ਉਹਦੇ ਅੰਦਰ ਪੀੜਾ ਪੈਦਾ ਨਹੀਂ ਹੁੰਦੀ। ਜੋ ਆਪਣੇ ਤੇ ਮਾਣੀ ਹੋਵੇ ਉਹਦਾ ਇੱਕ ਵੱਖਰਾ ਅਨੁਭਵ ਹੈ। ਮਨ ਨੂੰ ਮੋੜ ਕੇ ਅੰਤਰਮੁਖੀ ਵਾਹਿਗੁਰੂ ਦੀ ਯਾਦ ਅਭਿਆਸ ਕੀਤੇ ਬਗੈਰ ਇਹ ਆਤਮਿਕ ਮੰਡਲ ਦੇ ਉਸ ਉੱਚੇ ਸੁੱਚੇ ਇਲਾਹੀ ਹੁਕਮ ਨੂੰ ਜਾਣਿਆ ਬੁੱਝਿਆ ਪਛਾਣਿਆ ਨਹੀਂ ਜਾ ਸਕਦਾ। ਹਉਮੈ ਦੀਆਂ ਗੱਲਾਂ ਕਰਕੇ ਅਸੀਂ ਹੁਕਮ ਦੀ ਵਿਚਾਰ ਨਹੀਂ ਕਰ ਸਕਦੇ। ਗੁਰਮਤਿ ਅਨੁਸਾਰ ਇਸ ਕਠਨ ਆਤਮਿਕ ਖੇਲ ਨੂੰ, ਇਸ ਆਤਮਿਕ ਖੇਡ ਨੂੰ ਕਮਾਉਣ ਲਈ ਗੁਰੂ ਦੀ ਸਿੱਖਿਆ ਲੈਣੀ ਬੜੀ ਜ਼ਰੂਰੀ ਹੈ। ਗੁਰੂ ਦੀ ਸਿੱਖਿਆ, ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਅਤਿਅੰਤ ਲਾਭਦਾਇਕ ਤੇ ਸਹਾਈ ਸਿੱਧ ਹੁੰਦੀ ਹੈ ਇਸ ਹੁਕਮ ਨੂੰ ਕਮਾਉਣ ਦੇ ਲਈ। ਫਿਰ ਦੁਹਰਾ ਰਿਹਾ, ਇਸ ਆਤਮਿਕ ਖੇਡ ਦੇ ਔਖੇ ਮਾਰਗ ਤੇ ਚੱਲਣ ਲਈ ਗੁਰੂ ਦੀ ਸ਼ਰਨ, ਗੁਰੂ ਦੀ ਸ਼ਰਨ, ਗੁਰੂ ਦੀ ਅਗਵਾਈ, ਗੁਰੂ ਦੇ ਪਿਆਰ ਵਿੱਚ ਰੰਗੇ ਹੋਇਆਂ ਦੀ ਸੰਗਤ ਤੇ ਸੇਵਾ, ਬਸ ਇਹ ਇੱਕ ਸਾਧਨ ਹੈ ਜਿਹਦੇ ਨਾਲ ਇਹ ਮਨ ਹੁਕਮੀ ਬੰਦਾ ਬਣ ਸਕਦਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ ਦੀ ਗੱਲ ਜਿਹੜੀ ਸੀ ਪੜ੍ਹਦੇ ਆ ਨਾ, ਇਹੋ ਹੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹੋ ਹੀ ਹੈ। एक पलक सुख साध समागम कोट बिकुंठ है पाए, ਇਹੋ ਹੀ ਹੈ, ਇਹੋ ਹੀ ਹੈ। ਅੰਚਲ ਗਹਿ ਕੇ ਸਾਧ ਕਾ ਤਰਨਾ ਇਹ ਸੰਸਾਰ, ਇਹੋ ਹੀ ਹੈ ਗੁਰੂ ਦੀ ਸ਼ਰਨ ਪੈ ਕੇ ਉਹਦਾ ਪੱਲਾ ਫੜ ਕੇ ਸੰਸਾਰ ਭਵਜਲ ਤੋਂ ਪਾਰ ਹੋਣਾ, ਇਹੋ ਹੀ ਹੈ। ਬਿਨਾਂ ਗੁਰੂ ਦੀ ਸ਼ਰਨ ਤੋਂ, ਬਿਨਾਂ ਗੁਰੂ ਦੀ ਅਗਵਾਈ ਤੋਂ ਇਸ ਅਮੋੜ ਮਨ ਨੂੰ ਮੋੜਿਆ ਨਹੀਂ ਜਾ ਸਕਦਾ। ਖਿੱਚੇ ਤੂੰ ਪ੍ਰੇਮ ਕੇ ਚਾਬਕ ਮਾਰੂੰਗੇ, ਚੱਲ ਮਨ ਘੋੜੇ ਆ ਤੈਨੂੰ ਇਲਾਹੀ ਸੈਰ ਕਰਾ ਕੇ ਲਿਆਵਾਂ, ਪਰ ਜੇ ਤੂੰ ਅੜ ਜਾਵੇਂ ਖਿੱਚੇ ਤੂੰ ਪ੍ਰੇਮ ਕੇ ਚਾਬਕ ਮਾਰੂ, ਤੇ ਗੁਰੂ ਸ਼ਬਦ ਦੇ ਚਾਬਕ ਮਾਰਨੇ ਪੈਂਦੇ ਹਨ ਇਸ ਮਨ ਘੋੜੇ ਨੂੰ ਕਾਬੂ ਕਰਨ ਦੇ ਲਈ। ਬਾਰ-ਬਾਰ ਖਿੱਡੇਗਾ, ਬਾਰ-ਬਾਰ ਦੌੜੇਗਾ, ਬਾਰ-ਬਾਰ ਜਾਏਗਾ, ਜਾਂਦਾ ਰਹੇਗਾ, ਲੇਕਿਨ ਇਸ ਦਾ ਮਤਲਬ ਇਹ ਨਹੀਂ ਅਸੀਂ ਮੁਸ਼ੱਕਤ ਛੱਡ ਦਈਏ, ਅਸੀਂ ਮਿਹਨਤ ਛੱਡ ਦਈਏ, ਅਸੀਂ ਕਹੀਏ ਤਾਂ ਟਿਕਦਾ ਹੀ ਨਹੀਂ, ਹੁਣ ਕੀ ਫਾਇਦਾ ਕਰਨ ਦਾ। ਨਹੀਂ, ਉਹਦੇ ਅੱਗੇ ਬੇਨਤੀਆਂ ਜੋਦੜੀਆਂ ਕਰਦੇ ਰਹਿਣਾ, ਉਦਮ ਕਰਕੇ ਨਾਲ ਬੇਨਤੀਆਂ ਜੋਦੜੀਆਂ ਅਰਦਾਸਾਂ, ਗੁਰੂ ਦੀ ਸ਼ਰਨ, ਗੁਰੂ ਦੀ ਸ਼ਰਨ ਜ਼ਰੂਰੀ ਚੀਜ਼ ਹੈ। ਗੁਰੂ ਦੀ ਸ਼ਰਨ ਹੀ ਤਾਂ ਹੈ, ਗੁਰੂ ਵਾਲੇ ਹੀ ਤਾਂ ਹੈ। ਗੁਰੂ ਵਾਲੇ ਬਣਾਂਗੇ, ਗੁਰੂ ਸਾਡੀ ਬਾਂਹ ਫੜਦਾ ਹੈ, ਗੁਰੂ ਸਾਨੂੰ ਜੀਵਨ ਦਾ ਮਾਰਗ ਦੱਸਦਾ ਹੈ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ। ਇਸ ਇਲਾਹੀ ਅਨੋਖੀ ਅਚਰਜ ਹੈਰਾਨ ਕਰ ਦੇਣ ਵਾਲੀ ਸੂਖਸ਼ਮ ਹੁਕਮ ਦੀ ਲੁਕਨ ਮੀਟੀ ਕਹਿ ਲਈਏ, ਇਹ ਲੁਕਨ ਮੀਟੀ ਦੀ ਖੇਡ ਜਿਹੜੀ ਹੈ ਅਦ੍ਰਿਸ਼ਟ ਤੌਰ ਤੇ ਸਦਾ ਵਰਤਦੀ ਹੈ, ਸਾਨੂੰ ਨਹੀਂ ਦਿਸਦੀ। ਪ੍ਰਮਾਤਮਾ ਆਪਣੇ ਅਚਰਜ ਚੋਜਾਂ ਨਾਲ, ਖੇਡਾਂ ਨਾਲ ਇਸ ਲੁਕਨ ਮੀਟੀ ਵਿੱਚ ਆਪ ਲੁਕਿਆ ਹੋਇਆ ਹੈ। ਅਸੀਂ ਨਹੀਂ ਵੇਖਿਆ, ਅਸੀਂ ਨਹੀਂ ਵੇਖ ਸਕਦੇ, ਨਹੀਂ ਵੇਖ ਰਹੇ। ਜਿਹਨਾਂ ਵੇਖਿਆ ਜਾਣਦੇ ਹਨ। ਆਪ ਹੀ ਜੀਵਾਂ ਵਿੱਚ ਵਿਚਰ ਕੇ ਵਾਹਿਗੁਰੂ ਆਪ ਹੁਕਮ ਵਰਤਾ ਹੈ। ਆਪ ਹੀ ਆਪਣੇ ਪਿਆਰਿਆਂ ਸੰਤਾਂ, ਆਪਣੇ ਪਿਆਰ ਵਿੱਚ ਰੰਗੇ ਹੋਇਆਂ ਦੀਆਂ ਬਾਣੀਆਂ ਦੁਆਰਾ ਆਪਣੇ ਹੁਕਮ ਨੂੰ ਮੰਨਣ ਦੀ ਜਾਚ ਜਾਂ ਗਿਆਨ ਦੇ ਰਿਹਾ ਹੈ। ਗੁਰੂਆਂ ਨੇ ਕੀ ਦਿੱਤਾ? ਸ਼ਬਦ ਕਿਉਂ ਦਿੱਤਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਕਿਉਂ ਦਿੱਤਾ? ਇਸੇ ਵਾਸਤੇ ਕਿ ਹੁਕਮ ਮੰਨਣ ਦੀ ਜਾਚ ਜਾਂ ਗਿਆਨ ਸਾਨੂੰ ਆ ਜਾਏ। ਸਾਰੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਚੀਜ਼ ਹੈ ਕਿ ਅਸੀਂ ਹੁਕਮੀ ਬੰਦੇ ਕਿਵੇਂ ਬਣਨਾ। ਪਿਆਰ ਵਾਲਿਓ, ਜਿਹੜੇ ਹੁਕਮੀ ਬਣਦੇ ਨੇ ਉਹੀ ਮਾਲਕ ਦੇ ਦਰ ਤੇ ਕਬੂਲ ਪੈਂਦੇ ਹਨ। ਹੁਕਮੀ ਬੰਦਾ ਬਣ ਕੇ ਹੀ ਪਿਆਰਾ ਬਣਿਆ ਜਾ ਸਕਦਾ ਹੈ। ਇਹ ਵਿਸਾਖੀ ਦਾ ਦਿਹਾੜਾ ਇੱਕ ਹੁਕਮੀ ਬੰਦਾ ਬਣਨ ਦਾ ਸਿਖਰ ਛੁਪਾ ਕੇ ਬੈਠਾ ਹੋਇਆ ਹੈ।
ਜਿਹੜਾ ਹੁਕਮ, ਜਿਸ ਨੇ ਹੁਕਮ ਮੰਨ ਲਿਆ ਉਹ ਪਿਆਰਾ ਬਣ ਗਿਆ, ਉਹਦਾ ਪਿਆਰਾ ਬਣ ਗਿਆ। ਤੇ ਪਿਆਰਾ ਹੀ ਸਭ ਬੰਦਾ ਔਖਾ ਕਹਾਣੀ ਹੈ। ਗੁਰੂ ਦਾ ਪਿਆਰਾ ਉਹ ਸਭਨਾ ਦਾ ਪਿਆਰਾ ਹੋ ਗਿਆ। ਜੋ ਹਰ ਕਾ ਪਿਆਰਾ ਉਹ ਸਭਨਾ ਦਾ ਪਿਆਰਾ ਹੈ। ਜਿਹੜੇ ਗੁਰੂ ਨੂੰ ਸੀਸ ਭੇਟ ਕੀਤੇ ਹੁਕਮੀ ਬੰਦੇ ਬਣ ਕੇ, ਉਹ ਅੱਜ ਤੱਕ ਰਹਿੰਦੀ ਦੁਨੀਆ ਤੱਕ, ਗੁਰ ਇਤਿਹਾਸ ਤੱਕ ਉਹ ਚਮਕਦੇ ਸਿਤਾਰਿਆਂ ਵਾਂਗੂ ਚਮਕਦੇ ਰਹਿਣਗੇ, ਕਿਉਂਕਿ ਉਹ ਹੁਕਮੀ ਬੰਦੇ ਹਨ। ਉਹਨਾਂ ਨੇ ਹੁਕਮ ਨੂੰ ਪਛਾਣ ਲਿਆ ਹੈ। ਉਹਨਾਂ ਨੇ ਕੋਈ ਡੀਗਨ ਡੋਲਾ ਨਹੀਂ ਕੀਤਾ। ਉਹਨਾਂ ਦੇ ਜੀਵਨ ਵਿੱਚ ਕੋਈ ਕਮੀ ਨਾ ਆਈ। ਗੁਰੂ ਸੀਸ ਮੰਗਦਾ ਹੈ, ਸਿੱਖ ਖੜਾ ਹੋ ਕੇ ਆਪਣਾ ਸੀਸ ਝੁਕਾ ਦਿੰਦਾ ਹੈ। ਗੁਰੂ ਕੀ ਕਰਦਾ ਹੈ? ਮਕਾਲਖ ਨੇ ਬੜੀ ਖੂਬਸੂਰਤ ਗੱਲ ਲਿਖੀ ਹੈ। ਕਹਿੰਦਾ ਗੁਰੂ ਸੀਸ ਮੰਗਦਾ, ਸਿੱਖ ਸੀਸ ਭੇਟ ਕਰਦਾ, ਗੁਰੂ ਫੜ ਕੇ ਉਹਨੂੰ ਤੰਬੂ ਵਿੱਚ ਲੈ ਜਾਂਦਾ। 5 ਵਾਰੀ ਗੁਰੂ ਨੇ ਸੀਸ ਮੰਗਿਆ, 5 ਵਾਰੀ ਸਿੱਖ ਨੇ ਸੀਸ ਭੇਟ ਕੀਤਾ, ਤੇ ਕੁਝ ਸਮੇਂ ਬਾਅਦ 5 ਦੀ ਬਜਾਏ 6 ਵਾਰ। ਹੁਣ ਪਛਾਣਨਾ ਮੁੱਖਾ ਹੋ ਗਿਆ, ਸੀਸ ਮੰਗਲ ਵਾਲਾ ਗੁਰੂ ਕੌਣ ਹੈ, ਸੀਸ ਭੇਟਾ ਕਰਨ ਵਾਲਾ ਸਿੱਖ ਕੌਣ ਹੈ। ਗੁਰੂ ਨੇ ਆਪਣਾ ਰੂਪ ਬਖਸ਼ ਦਿੱਤਾ, ਗੁਰੂ ਨੇ ਆਪਣਾ ਬਾਣਾ ਬਖਸ਼ ਦਿੱਤਾ, ਗੁਰੂ ਨੇ ਆਪਣਾ ਸਰੂਪ ਬਖਸ਼ ਦਿੱਤਾ, ਗੁਰੂ ਨੇ ਆਪਣਾ ਸਭ ਕੁਝ ਉਹਦੇ ਹਵਾਲੇ ਕਰ ਦਿੱਤਾ, ਤੇ ਨਾਲ ਕਹਿ ਦਿੱਤਾ, ਖਾਲਸਾ ਇਹ ਘੋੜੇ, ਇਹ ਸੇਜਾ, ਇਹ ਮੰਦਰ, ਇਹ ਘਰ ਸਭ ਤੇਰੇ ਹਨ, ਪਰ ਖਿਆਲ ਕਰੀ ਤੇਰੇ ਪਾਸ ਇਹ ਮੇਰੀ ਅਮਾਨਤ ਹੈ। ਇਹ ਰੂਪ ਵਿੱਚ ਕਿਤੇ, ਇਸ ਰੂਪ ਵਿੱਚ ਅਮਾਨਤ ਵਿੱਚ ਖਿਆਨਤ ਨਾ ਕਰੀ। ਅਮਾਨਤ ਵਿੱਚ ਖਿਆਨਤ ਕਰਨ ਵਾਲਾ ਬਹੁਤ ਬੇਈਮਾਨ ਹੁੰਦਾ ਹੈ। ਗੁਰੂ ਨੇ ਨਾਲ ਇਹ ਵੀ ਗੱਲ ਸਮਝਾ ਦਿੱਤੀ। ਇਹ ਤਾਂ ਹੁਕਮੀ ਬੰਦਾ ਬਣਨ ਦੀ ਜਾਚ ਸਿਖਾ ਦਿੱਤੀ। ਹੁਕਮੀ ਬਣਨ ਦੀ ਰਵਾਨਗੀ ਦੀ ਸਿਖਰ ਸੀ, ਉਹਨੂੰ ਸੰਪੂਰਨ ਕੀਤਾ। ਜੋ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਦੀ ਗੱਲ ਕੀਤੀ ਸੀ, ਉਸਨੂੰ ਸੰਪੂਰਨ ਕਰਤਾ ਗੁਰੂ ਪਾਤਸ਼ਾਹ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਰੂਪ ਬਖਸ਼ ਕੇ, ਸਰੂਪ ਬਖਸ਼ ਕੇ, ਰਹਿਣੀ ਬਖਸ਼ ਕੇ, ਬਹਿਣੀ ਬਖਸ਼ ਕੇ, ਕਿਉਂ? ਉਹਨਾਂ ਨੇ ਪਿਆਰਿਆਂ ਨੇ ਆਪਣਾ ਸੀਸ ਭੇਟ ਕਰ ਦਿੱਤਾ, ਆਪਣੇ ਆਪ ਨੂੰ ਕੁਰਬਾਨ ਕਰਤਾ, ਹੁਕਮ ਦੀ ਅਨੋਖੀ ਖੇਡ ਵਿੱਚ ਪ੍ਰਵਾਨ ਹੋ ਗਏ। ਪਿਆਰੇ ਦਾ ਖੇਡ ਬੜਾ ਅਸਰ ਹੈ। ਇਸ ਇਲਾਹੀ ਗੁਪਤ ਖੇਡ ਹੁਕਮ ਵਿੱਚ ਕੋਈ ਗੁੱਝਾ ਭੇਦ ਹੈ, ਤੇ ਕਿਸੇ ਬਿਰਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਨੂੰ ਅੰਤਰ ਆਤਮੇ ਅਨੁਭਵ ਹੁੰਦਾ। ਇਹ ਅੰਦਰ ਦੀ ਖੇਡ ਹੈ, ਬਾਹਰ ਦੀ ਖੇਡ ਨਹੀਂ ਹੈ। ਉਹਨਾਂ ਦੇ ਜੀਵਨ ਚ ਪ੍ਰਗਟ ਹੁੰਦਾ। ਉਹਨਾਂ ਨੇ ਜਾਣਿਆ ਪਛਾਣਿਆ ਹੈ। ਇਹ ਐਸੇ ਮਹਾਂਪੁਰਖ ਜਾਂ ਐਸੇ ਗੁਰਮੁਖ ਪਿਆਰੇ ਉੱਚ ਉੱਚੀ, ਸੁਚਮ ਸੁੱਚੀ, ਇਲਾਹੀ ਪ੍ਰੇਮ ਖੇਡ ਖੇਲ ਨਰਾਲੀ ਦੇ ਹੁਕਮ ਨੂੰ ਬੁੱਝ ਕੇ, ਸਹਿਬ ਸੁਭਾਏ ਭਾਣਾ ਮੰਨ ਕੇ ਆਪਣਾ ਜੀਵਨ ਨੂੰ ਕਮਾ ਰਹੇ, ਹੁਕਮੀ ਬੰਦੇ ਬਣ ਕੇ ਕਮਾ ਰਹੇ, ਹੁਕਮੀ ਬੰਦੇ ਬਣ ਕੇ ਜੀਵਨ ਨੂੰ ਜੀ ਰਹੇ ਹਨ। ਗੁਰੂ ਕਿਰਪਾ, ਸਤਿਗੁਰੂ ਜੀ ਇਸ ਹੁਕਮੀ ਬੰਦੇ ਬਣਨ ਦੀ ਜਾਚ ਸਾਨੂੰ ਸਮਝਾਉਂਦੇ, ਕਿਵੇਂ ਬਣਿਆ ਜਾ ਸਕਦਾ। ਅਰਦਾਸ ਬੇਨਤੀ ਹੈ ਮਾਰਗ ਦੇ ਚਰਨਾਂ 'ਚ, ਪਾਤਸ਼ਾਹ ਅਸੀਂ ਤਾਂ ਝੂਠੇ ਧੰਦੇ ਮੋਹ ਦੇ ਵਿੱਚ ਫਸੇ ਹੋਏ ਹਾਂ। ਸਾਡੇ ਅੰਦਰੋਂ ਵੀ ਹਉਮੈ ਦੀ ਇਸ ਲਕੀਰ ਨੂੰ ਮਿਟਾ ਤੇ ਹੁਕਮੀ ਬੰਦਾ ਬਣਨ ਦੀ ਦਾਸ ਦੱਸ, ਤਾਂ ਕਿ ਸਾਡਾ ਵੀ ਲੋਕ ਪਰਲੋਕ ਸਹਿਲਾ ਹੋ ਜਾਏ। ਇੰਨੇ ਬਚਨ ਪ੍ਰਵਾਨ ਕਰਨੇ ਜੀ, ਭੁੱਲ ਚੁੱਕ ਦੀ ਖਿਮਾ। ਪਿਆਰ ਸ਼ਬਦ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਰਜੀਤ ਸਿੰਘ ਜੀ ਦਾ। ਇੱਕ ਚੈਟ ਦੇ ਵਿੱਚ ਇੱਕ ਸਵਾਲ ਆਇਆ ਹੈ। ਇੱਕ ਸੱਜਣ ਨੇ ਲਿਖਿਆ ਹੈ ਕਿ ਅਗਰ ਜੇ ਜਨਮ ਦੀ ਕੋਈ ਖੁਸ਼ੀ ਨਾ ਹੋਵੇ, ਮਰਨ ਦਾ ਕੋਈ ਦੁੱਖ ਨਾ ਹੋਵੇ, ਤੇ ਜ਼ਿੰਦਗੀ ਬੜੀ ਫਿੱਕੀ ਜੀ ਨਹੀਂ ਹੋ ਜਾਏਗੀ? ਕੋਈ ਸਵਾਦ ਹੀ ਨਹੀਂ ਰਹਿ ਜਾਏਗਾ ਜ਼ਿੰਦਗੀ ਦੇ। ਤੁਸੀਂ ਜ਼ਰਾ ਉਹਦੇ ਬਾਰੇ ਕੀ ਵਿਚਾਰ ਦਿਓਗੇ? ਗੁਰੂ ਪਾਤਸ਼ਾਹ ਜੀ ਨੇ ਹਰਕ ਸੁਖ ਤੇ ਰਹੇ ਨਿਆਰਾ ਦੀ ਗੱਲ ਕੀਤੀ ਹੈ। ਗੁਰਬਾਣੀ ਸਾਰੀ ਹੀ ਕਹਿੰਦੀ ਵੀ ਜਨਮ ਮੌਤ ਉਹਦੇ ਹੁਕਮ ਵਿੱਚ ਹੈ। ਤਾਂ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹੀ ਕਹਾਣੀ ਕੋਈ ਬਣ ਜਾਂਦੀ ਹੈ ਵੀ ਜਨਮ ਦੀ ਖੁਸ਼ੀ ਨਹੀਂ ਤਾਂ ਬੜਾ ਫਿੱਕਾ ਹੋ ਜਾਏਗਾ, ਮਰਨ ਦਾ ਦੁੱਖ ਨਾ ਹੋਵੇ ਤਾਂ ਬੜਾ ਫਿੱਕਾ ਹੋ ਜਾਏਗਾ। ਜੇ ਅਸੀਂ ਇਹ ਗੱਲ ਮੰਨ ਲਵਾਂਗੇ ਤਾਂ ਫਿਰ ਤਾਂ ਸਾਡੇ ਸਾਰੇ ਕੁਝ ਜੋ ਕੁਛ ਅਸੀਂ ਕਰ ਰਹੇ ਹਾਂ, ਜੋ ਵਿਚਰ ਰਹੇ ਹਾਂ, ਤਾਂ ਇਹ ਸਾਰਾ ਕੁਝ ਜਾਇਜ਼ ਕਰਾਰ ਦੇਣਾ ਪਏਗਾ। ਜੋ ਅਸੀਂ ਵਿਆਹ ਸ਼ਾਦੀਆਂ ਤੇ ਸਾਡਾ ਹੁੰਦਾ ਹੈ, ਜੋ ਅੱਜ ਅਸੀਂ ਕਰ ਰਹੇ ਹਾਂ, ਫਿਰ ਸਭ ਕੁਝ ਨੂੰ ਜਾਇਜ਼ ਕਰਾਰ ਦੇਣਾ ਪਏਗਾ। ਉਦੋਂ ਵੀ ਤਾਂ ਇਹੀ ਕਿਹਾ ਜਾਂਦਾ ਜੀ ਅੱਜ ਬੱਚੇ ਦੇ ਵਿਆਹ ਦੀ ਖੁਸ਼ੀ ਹੈ, ਅੱਜ ਹੁਣ ਨਹੀਂ ਕਰਨਾ ਤਾਂ ਕਦੋਂ ਕਰਨਾ।
ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲਾਂ ਨਹੀਂ ਸਮਝਾਈਆਂ। ਮੇਰੀ ਸਮਝ ਤੇ ਇਹੋ ਗੱਲ ਆਈ ਹੈ, ਹਰ ਇੱਕ ਸੂਖ ਤੇ ਰਹੋ ਨਿਆਰੇ ਦਾ ਮਾਰਗ ਗੁਰਮਤਿ ਦਾ ਹੈ। ਤੇ ਇੱਕ ਗੱਲ ਤਾਂ ਫਰਕ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਦੁਨਿਆਵੀ ਲੈਵਲ ਦੇ ਉੱਤੇ ਜਨਮ ਦੀ ਖੁਸ਼ੀ ਹੈ, ਉਸ ਖੁਸ਼ੀ ਦੇ ਪਿੱਛੇ ਦੁੱਖ ਨਾਲ ਛੁਪਿਆ ਪਿਆ ਹੈ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਜਨਮ ਤੇ ਖੁਸ਼ੀ ਮਨਾ ਰਿਹਾ ਹੈ ਉਹ ਇਹ ਭੁੱਲਿਆ ਹੋਇਆ ਹੈ ਕਿ ਭਈ ਜਿੰਨੇ ਜੰਮਿਆ ਹੈ ਉਹਨੇ ਜਾਣਾ ਵੀ ਹੈ, ਮਰਨ ਲਿਖਾਏ ਮੰਡਲ में आए। तो ਇਹ ਮੁਮਕਿਨ ਹੀ ਨਹੀਂ ਹੈ ਕਿ ਜਿਹਦਾ ਜਨਮ ਹੋਵੇ ਉਹਦੀ ਮੌਤ ਨਾ ਹੋਵੇ। ਕਮਾਲ। तो ਇਹ ਪਰ ਇਹ ਹੈ ਕਿ ਭਈ ਦੁਨੀਆਦਾਰ ਬੰਦਾ ਉਹਨੂੰ ਐਕਸੈਪਟ ਕਰਕੇ ਰਾਜੀ ਨਹੀਂ ਹੁੰਦਾ, ਇਸ ਕਰਕੇ ਮੌਤ ਦੀ ਦੁੱਖ ਪ੍ਰਗਟ ਕਰਦਾ ਹੈ। तो ਜਿਹੜਾ ਜਨਮ ਦੇ ਮਰਨ ਦੇ ਦੁੱਖ ਔਰ ਸੁੱਖ ਤੋਂ ਦੋਵਾਂ ਤੋਂ ਨਿਆਰਾ ਹੈ, ਉਹਦੀ ਅਵਸਥਾ ਹੈ ਸਹਿਜ ਦੀ, ਆਨੰਦ ਦੀ। ਔਰ ਗੁਰਮਤਿ ਦਾ ਮਾਰਗ ਕੋਈ ਆਨੰਦ ਔਰ ਸਹਿਜ ਦੀ ਗੱਲ ਕਰਦਾ। ਦੁੱਖ ਕਿਉਂ ਹੁੰਦਾ ਹੈ? ਦੁੱਖ ਹੁੰਦਾ ਕਿਉਂਕਿ ਸਾਡਾ ਪਿਆਰਾ ਸਾਡੇ ਤੋਂ ਵਿਛੜ ਗਿਆ। ਤੇ ਭਲਿਆ ਕਦੀ ਦੇਖਿਆ ਜਿਹਨੇ ਤੈਨੂੰ ਸੰਸਾਰ ਭੇਜਦਾ ਤੂੰ ਜਨਮ ਤੋਂ ਹੀ ਉਹ ਤਾਂ ਵਿਛੜੇ ਪਿਆ ਹੈ, ਉਹਦਾ ਕਦੀ ਦੁੱਖ ਨਹੀਂ ਕੀਤਾ। ਸਤਿਗੁਰੂ ਜੀ ਨੇ ਬਾਣੀ ਅੰਦਰ ਵੀ ਇਹ ਗੱਲ ਕਹੀ ਹੈ ਵੀ ਜੇ ਐਲਾਨੀਆਂ ਦਾ ਪਾਠ ਅਸੀਂ ਕਰਦੇ ਹਾਂ ਤਾਂ ਸਤਿਗੁਰੂ ਜੀ ਕਹਿੰਦੇ ਨੇ ਵੀ ਸੱਚਮੁੱਚ ਜੇ ਤੂੰ ਰੋਣਾ ਹੀ ਹੈ, ਦੁੱਖ ਕਰਨੇ ਆ, ਤਾਂ ਉਹਦਾ ਦੁੱਖ ਕਰ ਜਿਹੜਾ ਤੇਰੇ ਤੋਂ ਜਨਮ ਤੋਂ ਲੈ ਕੇ ਵਿਛੜਿਆ ਹੋਇਆ ਹੈ। ਇਹ ਸਾਨੂੰ ਗੁਰਬਾਣੀ ਦੀ ਜਿਹੜੀ ਕਸਵੱਟੀ ਹੈ ਉਹ ਇਹ ਗੱਲ ਸਾਨੂੰ ਸਮਝਾਉਂਦੀ ਹੈ। ठीक वीर जी, न्यारापन मैंने लगता ही है कि बंदा अपनी आत्मक मौत पे रोए और अपने आत्मक जीवन ते खुश होए। तो ओहियो जो तुसी हुणे गल कीती है ना, सो ओदा मैनूं ते इदां ही लगदा कि न्यारा जेड़ा लफज है वो न्यारापन ही है, भी जिहदे ते रोना किदे ते है ते हसना किदे ते है। क्योंकि जेड़ी चीज मिथी हुई है उन्हें ते जाना ही जाना है। बहुत मेहरबानी जी। हाँ जी, डॉक्टर अमरजीत सिंह जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀਓ। ਦੁੱਖ ਤੇ ਰੋਣਾ ਤੇ ਹੱਸਣ, ਜਨਮ ਤੇ ਹੱਸਣਾ, ਆਲ ਆਰ ਸੈਲਫਿਸ਼। ਬੰਦਾ ਦੇਖਦਾ ਕਿ ਇਹ ਬੱਚਾ ਜੰਮਿਆ ਵੱਡਾ ਹੋ ਕੇ ਮੈਨੂੰ ਕਮਾਈ ਕਰਕੇ ਲਿਆਏਗਾ, ਇਸ ਕਰਕੇ ਸੈਲਫਿਸ਼ ਕਰਕੇ ਕੁਝ। ਤੇ ਜੇ ਕੋਈ ਮਰ ਗਿਆ ਕਿ ਇਹਨੇ ਮੇਰਾ ਇਹ ਕੰਮ ਕਰਨਾ ਸੀ, ਇਹਨੇ ਮੇਰੇ ਵਿਆਹ ਦਾ ਅਰੇਂਜਮੈਂਟ ਕਰਨਾ ਸੀ, ਇਹਨੇ ਮੇਰੇ ਬੱਚਿਆਂ ਨੂੰ ਪਾਲਣਾ ਸੀ, ਉਹਦਾ ਦੁੱਖ ਹੈ, ਹੋਰ ਕੋਈ ਦੁੱਖ ਨਹੀਂ। ਬੰਦਾ ਅੰਦਰੋਂ ਸਭ ਹੈ, ਅਲੋਨ ਹੈ। ਇਹ ਆਪਣੇ ਜਿਹੜੇ ਯੂਜ਼ਫੁਲ ਜਿਹੜੇ ਐਡਵਾਂਟੇਜਸ ਜਿਹੜੇ ਚਲੇ ਗਏ ਜਿਹੜੇ ਮਰਨ ਦੇ ਨਾਲ, ਤਾਂ ਦੁੱਖ ਹੈ, ਹੋਰ ਕੋਈ ਨਹੀਂ ਫਰਕ ਪੈਂਦਾ। ਮਾਂ ਮਰੀ ਗਈ, ਪਿਓ ਮਰਿਆ ਗਿਆ ਸੋ ਗਿਆ, ਹੂ ਕੇਅਰਸ। ਬਟ ਇਹ ਹੈ ਕਿ ਜਦੋਂ ਦੇਖਿਆ ਜੇ ਕਿ ਪਿਓ ਨੇ ਮੇਰੇ ਵਾਲੇ ਅੱਖਾਂ ਸਵਾਰਨਾ ਸੀ, ਹੁਣ ਨਹੀਂ ਸਵਾਰ ਸਕਦਾ, ਹੁਣ ਮੈਨੂੰ ਕਰਨਾ ਪਏਗਾ, ਉਹ ਸੈਲਫਿਸ਼ ਦੀ ਪ੍ਰੋਬਲਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। हाँ जी, सुखदेव कौर जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਨੂੰ ਇਉਂ ਲੱਗਦਾ ਹੈ ਵੀ ਜੇ ਤੁਸੀਂ ਹੁਕਮ ਅਨੁਸਾਰ ਹੁਕਮ ਮੰਨ ਲਿਆ ਗੁਰੂ ਦਾ, ਫਿਰ ਤੁਸੀਂ ਸਹਿਜ 'ਚ ਆ ਜਾਂਦੇ। ਸਹਿਜ 'ਚ ਆਉਣ ਦਾ ਮਤਲਬ ਤੁਹਾਨੂੰ ਦੁੱਖ ਨਹੀਂ ਲੱਗਦਾ, ਸੁੱਖ ਨਹੀਂ ਲੱਗਦਾ। ਸੋ ਤੁਹਾਡੀ ਅਵਸਥਾ ਇਹੋ ਜਿਹੀ ਹੋ ਜਾਂਦੀ, ਤੁਸੀਂ ਚੜ੍ਹਦੀ ਕਲਾ 'ਚ ਰਹਿੰਦੇ ਆ ਹਮੇਸ਼ਾ। ਤੇ ਜਦੋਂ ਚੜ੍ਹਦੀ ਕਲਾ ਦੀ ਗੱਲ ਹੁੰਦੀ ਹੈ, ਫਿਰ ਤਾਂ ਤੁਹਾਨੂੰ ਵਿਆਹ ਹੋਵੇ, ਗਮੀ ਹੋਵੇ, फिर तो थानू किसी पासे खुशी कमी फोन करे या आपको फोन करे क्या हो रहा है, उसने ऐसी कोई बात नहीं हम लोगों से करी और चुपचाप हरजीत जी एक मिनट रुको। हाँ जी, बस इन्नी गल ही मैं तो कहनी सी। जो बंदा चढ़दी कला च आ गया फिर तो दुख सुख सब बराबर ही लगते ने, ते बंदे नू खुशी होवे गमी होवे कोई फिक्का लगन दा तो सवाल ही नहीं पैदा हुंदा फिर। हाँ जी, डॉक्टर अमरजीत सिंह जी हरजीत जी बोलते सी, कोई उन्हां दे ले लेना सी क्वेश्चन। पता नहीं वो एक विचकार है या ते एवें ही। चलो हरजीत भाटिया जी अगर कुछ कहना चाहते हैं तो। हाँ जी, हरजीत भाटिया जी अगर कुछ कहना चाहते हैं अनम्यूट कर लो अपने आप को। डॉक्टर साहब को ला लेंगे। नहीं है, चलो डॉक्टर अमरजीत सिंह जी। ਭੈਣ ਜੀ ਨੇ ਬਹੁਤ ਠੀਕ ਕਿਹਾ ਹੈ, ਤੇ ਪਰ ਉਹ ਜਿਹੜੀ ਸਿਚੁਏਸ਼ਨ ਜਿਹੜੀ ਹੈ ਨਾ, ਉਹ ਤਦੋਂ ਆਨੇ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਹਰਜੀਤ ਜੀ ਨੇ ਸਾਰਾ ਟਾਈਮ ਸਪੈਂਡ ਕੀਤਾ ਤੇ ਹੁਕਮ ਮੰਨ ਲਾਂਗੇ, ਫਿਰ ਸਾਨੂੰ ਇਹ ਚੀਜ਼ ਦੀ ਪ੍ਰੋਬਲਮ ਨਹੀਂ ਰਹਿਣੀ। ਨਾ ਸਾਨੂੰ ਕਿਸੇ ਦੇ ਆਉਣ ਤੇ ਖੁਸ਼ੀ ਹੋਣੀ, ਕਿਉਂਕਿ ਰੱਬ ਨੇ ਹੀ ਭੇਜਿਆ ਤੇ ਰੱਬ ਨੇ ਹੀ ਸਾਨੂੰ ਸਾਡੀ ਹੈਲਪ ਕਰਦੀ ਹੈ। ਤੇ ਜੇ ਕੋਈ ਚਲਾ ਗਿਆ ਤੇ ਰੱਬ ਦੇ ਹੁਕਮ 'ਚ ਗਿਆ ਤੇ ਰੱਬ ਦੇ ਹੁਕਮ ਨੂੰ ਆਪੇ ਸੇਵਾ ਕਰਨੀਆਂ ਪੈਣੀਆਂ ਨੇ। ਉਹ ਕਹਿੰਦਾ ਉਹ ਜਿਹੜਾ ਫਿਕਰ ਜਿਹੜਾ ਖਤਮ ਹੁੰਦਾ ਨਾ, ਉਹ ਦੈਟਸ ਵਾਟ ਆਈ ਅੰਡਰਸਟੈਂਡ। ਉਹ ਜਿਹੜੇ ਫਿਕਰ ਖਤਮ ਹੋਣ ਦੀ ਗੱਲ ਹੈ ਕਿ ਮੇਰੀ ਭੈਣ ਹੋਰ ਸਾਲ ਜੀ ਲੈਂਦੀ, ਇਹ ਤਾਂ ਉਹਦੇ ਹੁਕਮ ਦੀ ਖੇਡ ਹੈ। ਜਿੰਨਾ ਚਿਰ ਉਹਨਾਂ ਦੀ ਡਿਊਟੀ ਰੱਬ ਨੇ ਲਾਈ ਸੀਗੀ ਸਾਡੀ ਸੇਵਾ ਕਰਨ ਦੀ, ਉਹ ਕਰ ਗਈ।
ਤੇ ਜਿੰਨਾ ਜਦੋਂ ਦੀ ਡਿਊਟੀ ਰੱਬ ਨੇ ਖਿੱਚ ਲਈ ਤੇ ਉਹ ਫਿਰ ਡਾਕਟਰ ਕਰੂਗਾ ਸਾਹਿਬ ਮੈਂ ਕੰਮ। ਪਹਿਲੇ ਪਰ ਬੇਨਤੀ ਇਹੀ ਕੀਤੀ ਹੈ ਵੀ ਇਹ ਗੱਲ ਬੜੀ ਔਖੀ ਜਿਹੀ ਹੈ ਤੇ ਇਹਨੂੰ ਸਮਝਣਾ ਵੀ ਬੜਾ ਆਹ, ਔਖਾ ਤੇ ਇਹ ਵਿਸ਼ਾ ਵੀ ਬੜਾ ਆਹ, ਵਿਸ਼ਾਲ ਹੈ। ਤੇ ਮੈਂ ਕੋਸ਼ਿਸ਼ ਕਰ ਰਿਹਾ ਬਿਲਕੁਲ ਕਿ ਠੀਕ ਹੈ ਮੇਰੀ ਸਮਝ ਵਿੱਚ ਆਉਂਦੀ ਹੈ ਉਹਨੂੰ ਲੈ ਕੇ ਥੋੜਾ ਥੋੜਾ ਸਾਂਝਾ ਕਰਦਾ ਜਾਵਾਂ ਜੋ ਮੇਰੀ ਸਮਝ ਬਹੁਤ ਚ ਵਧੀਆ ਆ ਕੀਤਾ ਸੀ, ਤੇ ਬੜਾ ਵਧੀਆ ਬਾਕੀ ਕੀਤਾ। ਮੈਂ ਹਾਲੇ ਮੈਟਰ ਹੋਰ ਪਿਆ ਇਹਦਾ ਤੇ ਆਪਾਂ ਉਹਦੀ ਆਹ, ਵੀ ਵਿਚਾਰ ਕਰਾਂਗੇ ਤੇ ਪਰ ਮੈਨੂੰ ਆਹ, ਜੋ ਸਮਝ ਆਉਂਦੀ ਪਈ ਆ ਜੋ ਪੜ੍ਹਦਾ ਪਿਆ ਤੇ ਨਾਲ ਨਾਲ ਸਮਝ ਆਉਂਦੀ ਮੈਂ ਆਪ ਜੀ ਚਲੋ ਜੀ ਇਹ ਵਿਸ਼ੇ ਨੂੰ ਅਜੇ ਕੰਟੀਨਿਊ ਕਰਨਾ ਤੇ ਨਾਲ ਹੀ ਫਿਰ ਇਹਦੇ ਨਾਲ ਜੁੜਿਆ ਹੋਇਆ ਜੋ ਵਿਸ਼ਾ ਹੈ ਨਾ ਸਹਿਜ ਦਾ, ਆਹ, ਸਹਿਜ ਅਵਸਥਾ ਦਾ, ਉਹਨੂੰ ਵੀ ਨਾਲ ਜੋੜ ਤੋਂ ਕੇ ਇਹਨੂੰ ਬਾਅਦ ਕੰਟੀਨਿਊ ਲਵਾਂਗੇ ਕਰੋ। ਸਾਈ ਨੂੰ ਟਾਈਮ ਲੱਗੇਗਾ ਉਹ ਬਾਅਦ ਚ ਲਵਾਂਗੇ। ਠੀਕ ਹੈ ਜੀ। ਤੁਸੀਂ ਬਹੁਤ ਵਧੀਆ ਸਪੀਚ ਕੀਤੀ ਹੈ। ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਇਹਨੂੰ ਸਮਰਾਈਜ਼ ਕਰਨ ਵਾਸਤੇ ਪਹਿਲੀ ਚੀਜ਼ ਜਿਹੜੀ ਹੈ ਨਾ ਆਪ ਨੂੰ ਸਮਝ ਆਵੇ ਕਿ ਮੇਰੇ 'ਚ ਨੁਕਸ ਹੈ, ਮੇਰੀ ਪ੍ਰੋਬਲਮ ਹੈ। ਸਾਡੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਅਸੀਂ ਸੋਚਦੇ ਨਹੀਂ ਕਿ ਸਾਡੀ ਪ੍ਰੋਬਲਮ ਕੋਈ ਹੈਗੀ ਹੈ। ਪਹਿਲਾ ਸਟੈਪ ਹੈ ਕਿ ਆਪਣੀ ਰਿਅਲਾਈਜ਼ ਕਰਨਾ ਕਿ ਮੇਰੀ ਪ੍ਰੋਬਲਮ ਹੈ। ਫਿਰ ਪ੍ਰੋਬਲਮ ਸਮਝੇਗਾ ਤੇ ਫਿਰ ਬੰਦਾ ਹੈਲਪ ਵਾਸਤੇ ਚਲੇਗਾ ਤੇ ਗੁਰੂ ਦੀ ਸੰਗਤ ਮਿਲੇਗੀ, ਗੁਰੂ ਦੀ ਸੰਗਤ ਮਿਲੇਗੀ ਤੇ ਫਿਰ ਸਹਿ ਜਾਏਗਾ ਤੇ ਫਿਰ ਹੁਕਮ ਮੰਨਣਾ ਜਿਹੜਾ ਨਾ ਉਹ ਈਜ਼ੀ ਹੋ ਜਾਏਗਾ। ਪਹਿਲਾਂ ਤਾਂ ਬਹੁਤ ਕਠਿਨ ਹੈ, ਜਿੱਦਾਂ ਮਹਾਰਾਜ ਨੇ ਨੌਵੇਂ ਪਾਤਸ਼ਾਹ ਨੇ ਬੜਾ ਸੋਹਣਾ ਕਿਹਾ ਹੈ ਤੁਸੀਂ ਬੜੇ ਸੋਹਣੀ ਐਗਜ਼ਾਮਪਲ ਦਿੱਤੀ ਹੈ ਮਹਾਰਾਜ ਦੀ। ਸੋ ਦਿਸ ਇਜ਼ ਵਾਟ ਆਈ ਥਿੰਕ ਅਸੀਂ ਮੈਂ ਵੀ ਆਪਣੇ ਆਪ ਸਮਝਾਉਣ ਦੀ ਕੋਸ਼ਿਸ਼ ਕਰਨਾ ਕਿ ਭਾਈ ਪਹਿਲਾਂ ਤਾਂ ਇਹ ਇੱਕ ਅਰਦਾਸ ਪਾਠ ਕੀਤੀ ਗੁਰੂ ਰਾਮਦਾਸ ਰਾਗੋ ਸ਼ਰਨਾਈ, ਇਹ ਚੀਜ਼ ਸਾਡੇ ਦਿਮਾਗ 'ਚ ਪਹਿਲਾਂ ਆ ਜਾਵੇ ਕਿ ਭਾਈ ਸਾਨੂੰ ਚਾਹੀਦੀ ਹੈ ਹੈਲਪ, ਸਾਨੂੰ ਹੈਲਪ ਚਾਹੀਦੀ ਹੈ। ਇਹ ਜਿਹੜੀ ਹੈ ਜੇ ਤੁਸੀਂ ਸਾਰਾ ਲੈਕਚਰ ਕੀਤਾ ਕਿ ਹਉਮੈ ਦੇ ਪੱਠਿਆਂ ਕਰਕੇ ਅਸੀਂ ਇਹ ਸੋਚਦੇ ਹੀ ਨਹੀਂ, ਸੋਚਦੇ ਕਿ ਮੈਨੂੰ ਸਭ ਕੁਝ ਆਉਂਦਾ, ਮੇਰੇ ਹੱਥ ਸਭ ਕੁਝ ਹੈ। ਉਹਦਾ ਡਾਕਟਰ ਦੇ ਹੱਥ ਵਿੱਚ ਕੁਝ ਨਹੀਂ ਹੈਗਾ। ਡਾਕਟਰ ਕਹਿੰਦਾ ਨਾ ਉਹ ਕਬੀਰ ਦਾ ਸਲੋਗ ਹੈ ਨਾ ਕਿ ਵੈਦ ਜਾਣੇ ਕਿ ਦਵਾਈ ਮੇਰੇ ਹੱਥ 'ਚ ਹੈ, ਉਹ ਕਹਿੰਦਾ ਫॉरगेट इट। ਇਹ ਤਾਂ ਜਿਸ ਦੀ ਉਹਦੀ ਅਵਸਥਾ ਉਹਦੇ ਹੱਥ ਹੈ, ਜਦੋਂ ਚਾਹੇ ਕੋ ਖਸ ਲੇਗਾ ਤੇਰੇ ਹੱਥਾਂ ਨੂੰ ਵੱਢ ਕੇ ਰੱਖ ਦੇਗਾ, ਪਾਸੇ ਆ ਜਾਏਗਾ। ਤੂੰ ਸਰਜਨ ਕਿਹੜਾ ਬਸ ਆਪਣੇ ਸਮਝਣਾ ਪਿਆ ਵੱਡਾ ਹੈ, ਇਹ ਤਾਂ ਉਹਦੇ ਵਾਸਤੇ ਦੀ ਗੱਲ ਹੈ। ਉਹ ਵੈਦਾਂ ਸੰਧਾ ਇਕੱਠਾ ਹੋਇਆ ਉਹ ਜਿਹੜੀ ਗੱਲ ਤਾਂ ਹੀ ਉਹ ਰਾਸ ਆਣੀ ਜਦੋਂ ਵਾਹਿਗੁਰੂ ਆਪ ਵਿਚਕਾਰ ਆਏਗਾ। ਇਹ ਚੀਜ਼ ਸਮਝ ਜਿਹੜੀ ਹੈ ਨਾ ਪਹਿਲਾਂ ਆਪਣੀਆਂ ਵੀਕਨੈਸ ਦੀ, ਅਸੀਂ ਹਮੇਸ਼ਾ ਸੋਚਣਾ ਕਿ ਆਪਾਂ ਸਭ ਤੋਂ ਟਾਪ ਹੋ ਗਏ ਹਾਂ, ਮੇਰੇ 'ਚ ਕੋਈ ਵੀਕਨੈਸ ਹੈ ਕੋਈ ਨਹੀਂ, ਇਹ ਫਲਾਣੇ 'ਚ ਵੀਕਨੈਸ ਹੈ, ਦੂਜੇ 'ਚ ਵੀਕਨੈਸ ਨਹੀਂ। ਇਹ ਜਿਹੜੀ ਵਾਹਿਗੁਰੂ ਬਖਸ਼ਿਸ਼, ਇਹ ਵੀ ਉਹਦੀ ਬਖਸ਼ਿਸ਼ ਦੀ ਸਮਝ ਨਾਲ ਆਣੀ, ਸਮਝ ਕੇ ਸਾਨੂੰ ਕਿ ਭਾਈ ਮੇਰਾ ਜਾਂ ਉਹ ਵੀ ਜਿਹੜੀਆਂ ਹੁੰਦੀਆਂ ਨਾ ਜਿਹੜੇ ਹੈ ਨਾ ਬਹੁਤਾ ਕਰਮ ਦੀ ਪੌੜੀ 'ਚ ਆਉਂਦਾ ਹੈ ਆਖਣ ਪਾਏ ਉਹਨਾਂ ਤੇ ਹੋਇਆ ਇਹ ਵੀ ਦੁੱਖ ਸੁਖ ਸਨਮਾਰ, ਇਹ ਵੀ ਤਾਂ ਤੇਰੀ ਦਾ ਤਾਂ ਉਹ ਜੋ ਦੁੱਖ ਦੇ ਕੇ ਵੀ ਸਾਨੂੰ ਚਿੱਤਰ ਲਾ ਕੇ ਸਸਤੇ ਰਸਤੇ ਲੈ ਕੇ ਜਾਂਦਾ ਕਿ ਭਾਈ ਸਿੱਧੇ ਰਸਤੇ ਆ ਜਾ, ਚੰਗਾ ਰਹੇਗਾ ਤੇ ਕੰਮ ਕਰੇਗਾ। ਪਰ ਇਹ ਸਮਝ ਵੀ ਦੇਣ ਵਾਲਾ ਦਾਤਾਰ ਆਪ ਹੀ ਹੈ, ਸਭ ਉਹਦੇ ਬਖਸ਼ਿਸ਼ ਦੀ ਹੈ। ਬਾਕੀ ਅਰਦਾਸ ਜਿਹੜੀ ਹੈ ਤੁਹਾਡੀ ਬੜੀ ਸੋਹਣੀ ਗੱਲ ਕਹੀ ਅਸੀਂ ਕਿ ਅਰਦਾਸ ਦੀ ਜ਼ਰੂਰਤ ਹੈ ਕਿ ਦਾਤਾ ਤੂੰ ਬਖਸ਼ਿਸ਼ ਕਰ, ਮੇਰੇ ਵੀਕਨੈਸ ਹੈਗੀਆਂ ਨੇ, ਹਰ ਰੋਜ਼ ਕਰ। ਕਿਉਂਕਿ ਇਹ ਵੀ ਬੱਚੇ ਜੇ ਪੁੱਛਦੇ ਕਿ ਨਿਤਨੇਮ ਕਿਉਂ ਕਰਨਾ ਹੈ ਤੇ ਅਰਦਾਸ ਰੋਜ਼ ਕਰਨੀ ਹੈ, ਭਾਈ ਕਿਉਂਕਿ ਇਹ ਮਾਰਗ ਕਠਿਨ ਹੈ। ਇਹਦੇ ਵਾਸਤੇ ਸਾਨੂੰ ਰੈਪੀਟੀਸ਼ਨ, ਕੋਈ ਕਿਤਾਬ ਮੁਸ਼ਕਲ ਹੋਵੇ ਉਹ 100 ਵਾਰੀ ਪੜ੍ਹਨੀ ਪੈਂਦੀ ਹੈ ਤਾਂ ਤੁਹਾਨੂੰ ਗੱਲ ਪੱਲੇ ਪੈਂਦੀ ਹੈ। ਸੋ ਇਹ ਹਿਸਾਬ ਹੈ। ਦਿਸ ਇਜ਼ ਵਾਟ ਆਈ ਅੰਡਰਸਟੈਂਡ ਆਊਟ ਆਫ ਇਟ। ਤੇ ਬੜੀ ਵੀਰ ਜੀ ਸੀ, ਬਹੁਤ ਕਮਾਲ ਦਾ ਲੈਕਚਰ ਕੀਤਾ ਹੈ। ਆਈ ਹੈਡ ਫਨ। ਮੈਂ ਥੱਕਿਆ ਵੀ ਰਿਹਾ ਸਾਂ, ਪਰ ਤਾਂ ਵੀ ਮੈਂ ਇੱਕ ਤੁਹਾਡਾ ਲਫ਼ਜ਼ ਸੁਣਿਆ, ਆਨੰਦ ਆ ਗਿਆ। ਸ਼ੁਕਰ ਵਾਹਿਗੁਰੂ ਦਾ, ਤੁਹਾਨੂੰ ਹੋਰ ਵਾਹਿਗੁਰੂ ਸੱਚਾ ਸੇਵਾ ਕਰਨ ਦੀ ਹੋਰ ਤੁਹਾਨੂੰ ਸਮਰੱਥਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਹਾਂਜੀ, ਹੋਰ ਕਿਸੇ ਸੱਜਣ ਦਾ ਕੋਈ ਵਿਚਾਰ